ज्यों जल छोड़ बाहर भयो मीना। पूरब जन्म पौं पाप हीना। अब कहो राम पवन गत मोरी। कजिले बनारस मत भई थोरी। रहाओ सकल जन्म शिवपुरी गवाया। मरती पार मगर उठ आया। बहुत वर्ष तप किया काशी। मरण भया मगर की काशी। काशी मगहर हम विचारी। ओछी भगत ऐसे तरस पारी। कहो गुर गज शिव सब को जानੈ। हुआ कबीर रमत श्री रामै। कहो गुर गज शिव सब को जानੈ। हुआ कबीर रमत श्री रामै। वाहिगुरु जी का खालसा वाहिगुरु जी की फतेह। सो परम सम्मानयोग जुग अटल चबर सतर अति पथक दे मालक। बाणी ਦੇ ਬੋਲੇ ਸਰਬ ਸਾਂਝੀ ਵਾਰਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹਾਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਸਾਧ ਸੰਗਤ ਜੀ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਇ ਪ੍ਰਾਪਤ ਕਰ ਰਹੇ ਸੀ। ਹਜ਼ੂਰ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਬਿਲਕੁਲ ਟਿਕਾਵਾਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ। ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਚਾਅ। ਆਪਣੇ ਦਰ ਘਰ ਨਾਲ ਪਿਆਰ ਦੀ ਗੰਢ ਮਹਾਰਾਜ ਪੀਲੀ ਕਰਨ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਦੀ ਬਖਸ਼ਿਸ਼ ਤੇ ਪਾਤਰ ਬਣਦੇ ਰਹੀਏ। ਸੋ ਸਨਮਾਨਯੋਗ ਸਾਧ ਸੰਗਤ ਜੀ, जिस प्रकार आप सारिया संगतां नूं भली प्रकार पता है कि इस पावन स्थान ते ये समा गुरमत विचारां वास्ते नियत किया गया।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦੇ ਅਧੀਨ ਅਸੀਂ ਪਿਛਲੇ ਕੁਝ ਦਿਨਾਂ ਤੋਂ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਅੱਜ ਵੀ ਆਪ ਜੀ ਨੇ ਹੁਣੇ ਜੋ 10 ਪਾਸੋਂ ਪਵਿੱਤਰ ਸ਼ਬਦ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਗੌੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 326 ਤੇ ਦਰਜ ਹੈ। ਕਿਉਂਕਿ ਗੁਰਬਾਣੀ ਦੇ ਹਰ ਸ਼ਬਦ ਵਿੱਚ ਸਾਡੇ ਵਾਸਤੇ ਕੋਈ ਮਿਲਵਾਂ ਬਜਵਾਂ ਉਪਦੇਸ਼ ਹੋਇਆ ਕਰਦਾ, ਕੋਈ ਮੈਸੇਜ ਹੁੰਦਾ। ਵਿਦਾਊਟ ਮੈਸੇਜ ਕੋਈ ਬਚਨ ਨਹੀਂ ਗਾ। ਹਰੇਕ ਬਚਨ ਨੂੰ ਦਰਜ ਕਰਨ ਦੇ ਪਿੱਛੇ ਕੋਈ ਭਾਵਨਾ ਕੰਮ ਕਰਦੀ ਸੀ, ਸੋਚ ਕੰਮ ਕਰਦੀ ਸੀ। ਤੇ ਪਿਆਰਿਓ, ਉਹ ਸੋਚ ਇਹ ਸੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪ੍ਰਚੱਡ ਕਰਨਾ, ਜੋ ਉਹ ਅਕਾਲ ਪੁਰਖ ਵਾਹਿਗੁਰੂ ਕੋਲੋਂ ਸੁਨੇਹਾ ਲੈ ਕੇ ਆਏ ਸੀ। ਇਹ ਸ਼ਬਦ ਭਗਤ ਕਬੀਰ ਸਾਹਿਬ ਦੀ ਆਪਣੀ ਹੱਡ ਬੀਤੀ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਅਦ ਮਹਾਰਾਜ ਨੇ ਦਰਜ ਕੀਤਾ, ਉਹਨਾਂ ਨੇ ਆਪਣੇ ਬਚਨਾਂ ਵਿੱਚ ਇਹਨਾਂ ਨੂੰ ਸਮੇਟ ਲਿਆ। ਸ਼ਬਦ ਦੀ ਪ੍ਰਾਰੰਭਤਾ ਆਪ ਜੀ ਕਰਦੇ ਨੇ, ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾਹੀ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੈ ਬਨਾਰਸ ਮਤ ਭਈ ਥੋਰੀ ਰਹਾਓ। ਫਿਰ ਦੁਹਰਾ ਦਿਆਂ, ਫਿਰ ਮੈਂ ਇਹਨਾਂ ਨੂੰ ਖੋਲਾਂ। ਜਿਉਂ ਜਲ ਛੋੜ ਬਾਹਰ ਭਇਓ ਮੀਨਾ, पूर्व जन्म हऊँ तप का हीना, अब कहो राम कवन गत मोरी, तजी ले बनारस मत भई थोरी रहाओ। एक मनौत है हिंदू मत विच भी जिहड़ा व्यक्ति बनारस विच अपना शरीर त्यागे, आप ओहदी मौत बनारस विच होवे, ओहदा अंतिम समा बनारस की धरती ते आवे ते ओहदा कल्याण हो जाता है। मुक्ति शब्द वरतते हैं, वो मुक्त हो जाता, मुक्ति मिल जाती। ये भी मैं अर्ज कर दिया भी जिस तरह साढ़े 5 तख्त ने ना साध संगत, श्री अकाल तख्त साहब, तख्त श्री केसगढ़ साहब, तख्त श्री दमदमा साहब, इसे तरह फिर तख्त श्री पटना साहब ते तख्त श्री हजूर साहब। ये हिंदू धर्म विच 5 तख्तां दी थां दे उत्ते 7 पुरियां ने, जिन्हां विच जगन्नाथपुरी, मथुरा, उज्जैन भी आ जाता है और बनारस भी उन्हां 7 पुरियां विचों एक है। नासिक भी आता। हुण ये जिहड़ी पुरी है, इहदा विशेष महत्व है हिंदू मत विच। हालांकि गुरबाणी विच ये भी लिखिया है भी ठग बड़े बड़े वेखे ने, पर बनारस के ठग का कोई मुकाबला। चोर बड़े वेखे ने, पर बगदाद के चोर का कोई मुकाबला नहीं। कोई हर के संत ना आखियां बनारस के ठग। बायन इसे तरह बनारस का ठग है, जिवें बगदाद का चोर बड़ा मशहूर। हुण हिंदू मत विच ये 7वीं पुरी है साध संगत, बनारस। और ये मनौत है। तुसी किते एक किताब है, हुण ते कई आ गई ने, शुरू च मास्टर महताब सिंह की किताब आई सी। ते वो जदों लाहौर बुक शाप आउंदी सी ना, अपने इत्थे लक्कड़ वाले पुल दे कोल दुकान है लाहौर बुक शाप, वो मुक जाती सी जाके।
ਇੱਥੇ ਸ਼ਹਿਰ ਦੇ ਵਿੱਚ ਕੋਈ ਇੱਕ ਗੁਰਦੁਆਰਾ ਥੋੜਾ ਜਿਹੜੇ ਅਸੀਂ ਰਹਿੰਦੇ ਹਾਂ ਸਾਨੂੰ ਵੀ ਨਹੀਂ ਪਤਾ। ਜਦੋਂ ਬਹੁਤ ਸਾਲ ਪਹਿਲਾਂ ਮੈਨੂੰ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦਾ ਇਹਨਾਂ ਨੇ ਕਨਵੀਨਰ ਬਣਾਇਆ ਤੇ ਮੈਂ ਪੁੱਛਿਆ ਵੀ ਗੁਰਦੁਆਰੇ ਕਿੰਨੇ ਨੇ? ਕਹਿਣ ਲੱਗੇ ਜੀ ਗੁਰਦੁਆਰੇ ਤੇ ਹਜ਼ਾਰਾਂ ਦੀ ਕਿਤਾਬ ਵਿੱਚ। ਹਜ਼ਾਰਾਂ ਕਿਵੇਂ ਹੋ ਸਕਦੇ? ਉਹ ਕਹਿਣ ਲੱਗੇ ਜੀ ਸੱਚਮੁੱਚ ਹੈਗੇ। ਤੇ ਫਿਰ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ ਉਹ ਕਿਤਾਬ ਮੁੱਕ ਜਾਂਦੀ ਸੀ, ਕਿਉਂਕਿ ਹਰ ਗੁਰਦੁਆਰੇ 'ਚ ਕੋਈ ਨਾ ਕੋਈ ਵਿਚਾਰਵਾਨ ਕਥਾ ਕਰਦਾ ਉਹਨੂੰ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਕਿਸੇ ਵੀ ਥਾਂ ਦਾ ਮੈਂਸ਼ਨ ਹੈ ਜਾਂ ਨਾਮ ਦਾ ਮੈਂਸ਼ਨ, ਉਹਨੂੰ ਥੋੜੀ ਜੀ ਜਗ੍ਹਾ ਦੇ ਕੇ ਉਹਦੀ ਵਿਆਖਿਆ ਕੀਤੀ ਬੜੇ ਸੋਹਣੇ ਢੰਗ ਨਾਲ ਮਾਸਟਰ ਮਹਿਤਾਬ ਸਿੰਘ। ਗੁਰੂ ਗ੍ਰੰਥ ਸਾਹਿਬ ਦੇ ਨਾਵਾਂ ਤੇ ਥਾਵਾਂ ਦਾ ਕੋਸ਼ ਕਿਤਾਬ ਦਾ ਨਾਮ। ਉਦੋਂ ਬਾਅਦ ਇਸ ਤਰਜ਼ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕੋਸ਼ ਯੂਨੀਵਰਸਿਟੀ ਵਾਲਿਆਂ ਹੋਰ ਵੀ ਦਰਜਨ ਦੇ ਕਰੀਬ ਕਿਤਾਬਾਂ ਆ ਗਈਆਂ, ਪਰ ਉਹ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਲਿਖੀ ਸੀ। ਉਹਦੇ ਤੁਸੀਂ ਕੱਢੋ ਨਾ, ਮਗਹਰ ਕੱਢ ਲਓ, ਤੇ ਇਹ ਸਾਰਾ ਘਟਨਾਕ੍ਰਮ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਉਹਦੇ ਵਿੱਚ ਨਿਰੂਪਣ ਕੀਤਾ ਗਿਆ ਸੌਖੇ ਢੰਗ ਨਾਲ ਗੱਲ ਸਮਝਣ ਵਾਸਤੇ। ਮਨੋਤ ਇਹ ਹੈ ਵੀ ਸ਼ਿਵ ਜੀ ਦਾ ਵਾਰ ਹੈ, ਕਹਾਣੀ ਬੜੀ ਲੰਬੀ ਹੈ, ਮੈਂ ਬਿਲਕੁਲ ਮੁਕਤਸਰ ਕਰਕੇ ਅਰਥ ਕਰਾਂਗਾ, ਕਿਉਂਕਿ ਸ਼ਬਦ ਦੀ ਉਹ ਉਥਾਨਕ ਹੈ, ਭੂਮਿਕਾ ਹੈ, ਉਹ ਦੱਸੇ ਬਿਨਾਂ ਸ਼ਬਦ ਕਲੀਅਰ ਨਹੀਂ ਹੁੰਦੇ। ਸ਼ਿਵ ਨਾਂ ਜੀ ਸਤਿਕਾਰ ਨਾਲ ਲਾਉਂਦੇ ਨੇ, ਸ਼ਿਵ ਜੀ ਦੇ ਵਰ ਨਾਲ ਇਹ ਮਨੋਤ ਹੈ ਵੀ ਜਿਹੜਾ ਕਾਂਸੀ ਵਿੱਚ, ਵਾਰਾਣਸੀ ਵਿੱਚ, ਬਨਾਰਸ ਵਿੱਚ ਇੱਕੋ ਸ਼ਹਿਰ ਦੇ 3 ਨਾਂ ਨੇ, ਪ੍ਰਾਣ ਤਿਆਗੇਗਾ ਉਹਨੂੰ ਮੁਕਤੀ ਮਿਲ ਜਾਏਗੀ। ਹੁਣ ਉੱਥੇ ਤਾਂਤਾ ਲੱਗ ਗਿਆ। ਫਿਰ ਬ੍ਰਾਹਮਣਾਂ ਨੇ ਇੱਕ ਹੋਰ ਗੱਲ ਪ੍ਰਚਲਿਤ ਕੀਤੀ ਵੀ ਜਿਹੜਾ ਵਿਅਕਤੀ ਆਪਣਾ ਸਭ ਕੁਝ ਬ੍ਰਾਹਮਣਾਂ ਨੂੰ ਦਾਨ ਕਰਕੇ, ਉੱਥੇ ਇੱਕ ਆਰਾ ਹੁੰਦਾ ਬੜਾ ਵੱਡਾ ਸਾਰਾ ਹਾਰਾ, ਉਹਦੇ ਨਾਲ ਆਪਣੇ ਆਪ ਨੂੰ ਚਿਰਵਾ ਲਏਗਾ, ਉਹਨੂੰ ਵੀ ਮੁਕਤੀ ਮਿਲੇਗੀ। ਉਹਦੇ ਪਿੱਛੇ ਡਿਉਲ ਜੀ ਇਹ ਸੀ ਵੀ ਸਭ ਕੁਝ ਦੇਣ ਤੋਂ ਬਾਅਦ ਬੰਦੇ ਨੂੰ ਹੋਸ਼ ਆਉਂਦੀ ਹੈ, ਮੈਂ ਤੇ ਗਲਤੀ ਕਰ ਬੈਠਾ, ਤੇ ਆਰੇ ਨਾਲ ਵੀ ਚੀਰ ਦਿਓ, ਨਾ ਰਹੇਗਾ ਬਾਂਸ ਨਾ ਬਚੇਗੀ ਬਾਂਸੀ। ਇਹਨਾਂ ਨੂੰ ਬਨਾਰਸ ਨੇ ਠੱਗ ਕਿਹਾ ਸੀ, ਹੋਰ ਕਿਹੜੇ ਠੱਗ ਸਨ। ਹੁਣ ਇਹ ਜਦੋਂ ਮਨੌਤ ਹੋ ਗਈ ਵੀ ਜਿਹੜਾ ਇੱਥੇ ਪ੍ਰਾਣ ਤਿਆਗੇਗਾ ਉਹਨੂੰ ਮੁਕਤੀ ਮਿਲੇਗੀ, ਉੱਥੇ ਤਾਂਤਾ ਲੱਗ ਗਿਆ, ਲੋਕਾਂ ਦੀ ਭੀੜ ਲੱਗ ਗਈ। ਵੇਦ ਵਿਆਸ ਕੀ ਕਹੇ, ਵੇਦਾਂ ਦੀ ਕਿਉਂਕਿ ਉਹਨਾਂ ਨੇ ਰਚਨਾ ਵਿਆਖਿਆ ਕੀਤੀ, ਵੈਸੇ ਨਾ ਉਹਨਾਂ ਦਾ ਵਿਆਸ ਸੀ। ਉਹ ਜਦੋਂ ਗਏ ਤੇ ਹੁੰਦਾ ਹੈ ਨਾ, ਜਿਹੜੇ ਕੌਮ ਦੇ ਜਿਹੜੇ ਵਿਦਵਾਨ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਮਾਣ ਹੁੰਦਾ ਵੀ ਅਸੀਂ ਇਸ ਕੌਮ ਦੇ ਵਿਦਵਾਨ ਆ, ਸਾਡਾ ਸਤਿਕਾਰ ਹੋਣਾ ਚਾਹੀਦਾ, ਹੋਵੇਗਾ ਏਦਾਂ ਹੋਵੇਗਾ ਉਦਾਂ। ਜੇ ਹੋ ਜਾਏ ਤੇ ਕੁਛ ਵੀ ਨਹੀਂ ਹੁੰਦਾ, ਕਿ ਅਸੀਂ ਪਹਿਲਾਂ ਹੀ ਪ੍ਰਪੇਅਰ ਆ, ਤੇ ਜੇ ਨਾ ਹੋਵੇ ਅੰਦਰ ਕੁੱਟ ਪਾ ਦਿੱਤੀ, ਹੰਕਾਰ ਨੂੰ ਚੋਟ। ਮੈਂ ਵੈਨਕੂਵਰ ਏਅਰਪੋਰਟ ਤੇ ਉਤਰਨਾ, ਉੱਥੇ 4, 5, 6 ਗੱਡੀਆਂ ਆਈਆਂ ਹੋਈਆਂ ਨੇ, 40, 50 ਸਿੰਘ ਘੋੜੇ ਨੇ, ਫੁੱਲਾਂ ਦੇ ਹਾਰ ਹੋਣਗੇ, ਜਕਾਰੇ ਛੱਡਣਗੇ। ਜੇ ਆ ਗਿਆ ਤੇ ਕੁਛ ਨਹੀਂ ਹੋਣਾ, ਕਿਉਂਕਿ ਕੋਈ ਸਰਪ੍ਰਾਈਜ਼ ਥੋੜਾ, ਤੇ ਜੇ ਨਾ ਆਏ ਤੇ ਸਾਰਾ ਕੁਝ ਖਰਾਬ ਹੋ। ਕਿਤਾਂ ਪ੍ਰਪੇਅਰ ਕਰਨਾ ਹੀ ਨਹੀਂ ਚਾਹੀਦਾ। ਉਹ ਗਿਆਨ ਨਾਲ ਵਿਦਿਆਰਥੀ ਸਨ, ਉਹਨਾਂ ਨੂੰ ਵਿਦਿਆ ਪੜ੍ਹਾਉਂਦਾ ਸੀ, ਮਾਨ ਸੀ ਮੈਂ ਹਿੰਦੂ ਧਰਮ ਦੀ ਬੜੀ ਸੇਵਾ ਕਰਨਾ, ਮੇਰਾ ਉੱਥੇ ਕਿਸੇ ਨੇ ਪੁੱਛਿਆ ਹੀ ਨਾ। 1 ਦਿਨ ਲੰਘ ਗਿਆ, 2 ਦਿਨ ਲੰਘ ਗਏ, 10 ਦਿਨ ਲੰਘ ਗਏ, ਮਹੀਨਾ ਲੰਘ ਗਿਆ, ਕੋਈ ਪੁੱਛ ਨਹੀਂ, ਕੋਈ ਪਾਣੀ ਨਹੀਂ, ਕੋਈ ਧਾਣੀ ਨਹੀਂ, ਕੋਈ ਮਿਲ ਨਾ ਆਇਆ, ਕਿਸੇ ਇਹ ਨਾ ਆਖਿਆ ਵੀ ਤੁਸੀਂ ਬੜੇ ਵਿਦਵਾਨ ਹੋ। ਕ੍ਰੋਧ ਆ ਗਿਆ, ਤੇ ਕ੍ਰੋਧ ਦੇ ਵਿੱਚ ਉਹ ਮਗਰ ਨਾਮ ਦੀ, ਇਹਨੂੰ ਹੜੰਬਾ ਵੀ ਆਉਂਦੇ ਨੇ ਤੇ ਮਗਰ ਵੀ ਆਉਂਦੇ ਨੇ, ਉੱਥੇ ਜਾ ਕੇ ਬੈਠ। ਔਰ ਜਦੋਂ ਉੱਥੇ ਗਏ ਤੇ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਾ ਵੀ ਵਿਆਸ ਜੀ ਰੁੱਸ ਕੇ ਚਲੇ ਗਏ ਨੇ, ਇੱਕਾ ਦੁੱਕਾ ਲੋਕ ਉੱਥੇ ਜਾਣੇ ਸ਼ੁਰੂ ਹੋ ਗਏ। ਹੁਣ ਬਿਲਕੁਲ ਹੀ 1-2 ਮਿੰਟ ਦੀ ਗੱਲ ਇਸ ਸੁਰ ਤੇ ਜ਼ੋਰ ਦੇ ਕੇ ਸੁਣਿਓ ਤਾਂ ਕਿ ਸਾਰਾ ਸ਼ਬਦ ਸਮਝ ਵਿੱਚ ਆ। ਵੀ ਵਿਆਸ ਜੀ ਤੇ ਉੱਥੇ ਚਲੇ ਗਏ ਨੇ, ਇੱਕਾ ਦੁੱਕਾ ਲੋਕ ਜਾਣੇ ਸ਼ੁਰੂ ਹੋ ਗਏ, ਵੇਖੋ ਵੇਖੀ ਹੋਰ ਲੋਕ ਸ਼ੁਰੂ ਹੋ ਗਏ। ਹੁਣ ਜਿਨ੍ਹਾਂ ਦਾ ਤੋਰੀ ਫੁਲਕਾ ਹੀ ਬਨਾਰਸ ਕਰਕੇ ਚੱਲਦਾ ਸੀ, ਉਹਨਾਂ ਨੂੰ ਟੈਨਸ਼ਨ ਹੋ ਗਈ ਵੀ ਸਾਰੀ ਗੈਦਰਿੰਗ ਤੇ ਗਈ ਉਧਰ, ਹੁਣ ਅਸੀਂ ਕੀ ਕਰਾਂਗੇ। ਤੋ ਲਿਖਿਆ ਵੀ ਦੇਵਤਿਆਂ ਨੇ ਮੀਟਿੰਗ ਕੀਤੀ ਵੀ ਹੁਣ ਕੀ ਕਰੀਏ। ਕਹਿਣ ਲੱਗੇ ਵੀ ਹੁਣ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰੋ ਜਿਹਦੇ ਕਰਕੇ ਲੋਕ ਉੱਥੇ ਜਾਣੋਂ ਹਟ ਜਾਣ।
हुणे गणेश की ड्यूटी लाई गई ब्रह्मा के पुत्र की भी तुसी व्यास जी को समेटो। वो गए जाके नमस्कार करके बह गए, व्यास जी तुसी बनारस तो इत्थे आ गए, वो तो पवित्र धरती है, उन्होंने तो वर ने, ते ये की है, ये तो कुछ भी नहीं, तुसी खामखा नाराज होके आ गए। उन्हें शांत किया, आखन लगे अच्छा चलो छड्डो, ये दसो जिहड़ा बनारस विच शरीर त्यागे वो तो मुक्ति होवेगी, जिहड़ा इत्थे मगर च शरीर त्यागेगा ਉਹਦਾ की होवेगा? व्यास जी कहते वो भी मुक्त होवेगा। ਹੁਣ ਜਦੋਂ ਇਹ ਗੱਲ ਪ੍ਰਚਲਿਤ ਹੋ ਗਈ ਵੀ ਉਹ ਵੀ ਮੁਕਤ ਹੋਵੇਗਾ, ਗੈਦਰਿੰਗ ਉੱਥੇ ਹੋਰ ਵੱਧ ਗਈ ਵੀ व्यास जी ने ਇਦਾਂ ਕਿਹਾ, ਇਹਨਾਂ ਨੇ ਹੁਣ ਹੋਰ ਟੈਨਸ਼ਨ ਲੈ ਲਈ। ਹੁਣ ਗਣੇਸ਼ ਜਿਹੜਾ ਹੈ ਉਹ ਕੋਲ ਬੈਠ ਕੇ ਕਹਿੰਦਾ ਮਹਾਰਾਜ ਜਿਹੜਾ ਬਨਾਰਸ ਵਿੱਚ ਤਨ ਤਿਆਗੇਗਾ ਉਹਦੀ ਮੁਕਤੀ ਹੋਵੇਗੀ, ਜਿਹੜਾ ਮਗਰ ਤਿਆਗੇਗਾ ਉਹਦਾ ਕੀ ਹੋਵੇਗਾ? ਚੱਲ ਜੀ ਉਹਦੀ ਵੀ ਮੁਕਤੀ ਹੋਵੇਗੀ। ਅਗਲੇ ਦਿਨ ਫੇਰ ਇਹੀ ਸਵਾਲ, ਉਹਨਾਂ ਦਾ ਉਹੀ ਜਵਾਬ, ਅਗਲੇ ਦਿਨ ਫੇਰ ਉਹੀ ਸਵਾਲ, ਫੇਰ ਉਹੀ ਜਵਾਬ, ਅਗਲੇ ਦਿਨ ਫੇਰ ਉਹੀ ਸਵਾਲ ਤੇ ਫੇਰ ਉਹੀ ਜਵਾਬ। ਕਈ ਦਿਨ ਲੰਘ ਗਏ, ਇੱਕ ਦਿਨ ਫਿਰ ਜਾ ਕੇ ਕਹਿਣ ਲੱਗਾ ਮਹਾਰਾਜ ਜਿਹੜਾ ਇੱਥੇ ਤਨ ਤਿਆਗੇਗਾ ਉਹਦਾ ਕੀ ਹੋਵੇਗਾ? ਚੱਲ ਜੀ ਮੁਕਤੀ ਹੋਵੇਗੀ। ਕੋਲ ਹੀ ਬੈਠਾ ਰਿਹਾ ਚੌਂਕੀ ਮਾਰ ਕੇ, ਘੰਟਾ ਕੁ ਠਹਿਰ ਕੇ ਫੇਰ ਉਹੀ ਸਵਾਲ, ਮਹਾਰਾਜ ਜਿਹੜਾ ਇੱਥੇ ਤਨ ਤਿਆਗੇਗਾ ਉਹਦਾ ਕੀ ਬਣੇਗਾ? ਕਹਿੰਦੇ ਖੋਤਾ ਬਣੇਗਾ। ਇਹ ਜਾ ਕੇ ਉਹ ਜਿਹੜੀ ਉਹਦੇ ਮੂੰਹੋਂ ਗੱਲ ਨਿਕਲੀ ਸੀ ਨਾ, ਖੋਤਾ ਬਣੇਗਾ, ਇਹਨਾਂ ਨੇ ਉਹ ਗੱਲ ਪ੍ਰਚਾਰ ਦਿੱਤੀ, ਮਗਰ ਖਾਲੀ ਹੋ ਗਿਆ। ਹੁਣ ਮਗਰ ਨੂੰ ਸ਼ਰਾਬੀ ਹੋਈ ਧਰਤੀ ਕਹਿਣ ਲੱਗ ਪਏ, ਲਿਹਾਜ਼ਾ ਮਗਰ ਵਿੱਚ ਕੋਈ ਜਾਏ ਹੀ ਨਾ। ਪਰ ਇਹ ਮੈਂ ਦੱਸ ਦਿਆਂ ਵੀ ਕਬੀਰ ਸਾਹਿਬ ਨੇ ਜਾਣ ਬੁੱਝ ਕੇ ਸਰੀਰ ਮਗਰ ਚ ਜਾ ਕੇ ਤਿਆਗਿਆ, ਜਾਣ ਬੁੱਝ ਕੇ। ਜਦੋਂ ਅੰਤਮ ਸਮਾਂ ਆਇਆ ਤੇ ਮਗਰ ਚਲੇ ਗਏ। ਉਹਨਾਂ ਦਾ ਸਥਾਨ ਸਰੀਰ ਤਿਆਗਣ ਦਾ ਬਨਾਰਸ ਨਹੀਂ ਗਾ, ਮਗਰ ਵਿੱਚ ਹੈ। ਲੋਕਾਂ ਦਾ ਭਰਮਗੜ ਤੋੜਨ। ਔਰ ਇੱਕ ਵਾਰ ਪਹਿਲਾਂ ਇਹ ਜਦੋਂ ਪਹਿਲਾਂ ਗਏ ਉਹ ਸ਼ਬਦ, ਜਦੋਂ ਬਾਅਦ ਵਿੱਚ ਗਏ ਉਹ ਸ਼ਬਦ ਬਾਅਦ ਵਿੱਚ। ਹੁਣ ਭਗਤ ਕਬੀਰ ਸਾਹਿਬ ਮਹਾਰਾਜ ਕੁਰਬਾਨ ਕਰਦੇ ਨੇ, ਜਿਉਂ ਜਲ ਛੂਟ ਬਾਹਰ ਭਇਓ ਮੀਨਾ, ਜਿਵੇਂ ਕੋਈ ਮੱਛੀ ਜਾਂ ਵੱਡਾ ਮੱਛ ਪਾਣੀ ਨੂੰ ਤਿਆਗ ਕੇ ਪਾਣੀ ਚੋਂ ਬਾਹਰ ਆ ਜਾਏ ਤੇ ਉਹਦਾ ਕੀ ਅਸਰ ਹੋਵੇਗਾ? ਉਹ ਤਰਸ ਤਰਸ ਕੇ ਮਰ ਜਾਏਗਾ। हे ਪ੍ਰਮਾਤਮਾ, ਲੋਕ ਮੈਨੂੰ ਇਹ ਕਹਿੰਦੇ ਨੇ ਵੀ ਕਬੀਰ ਤੂੰ ਤੇ ਇਸ ਤਰ੍ਹਾਂ ਦਾ ਇਹ ਕਾਰਜ ਕੀਤਾ ਜਿਵੇਂ ਕੋਈ ਮੱਛੀ ਪਾਣੀ ਨੂੰ ਛੱਡ ਕੇ ਪਾਣੀ ਤੋਂ ਬਾਹਰ ਆ ਜਾਏ, ਬਨਾਰਸ ਨੂੰ ਛੱਡ ਕੇ ਬਾਹਰ ਆਉਣ ਵਾਲਾ ਕੰਮ ਤੂੰ ਇਸ ਤਰ੍ਹਾਂ ਦਾ ਕਰ। ਜਿਉਂ ਜਿਵੇਂ ਜਲ ਛੋੜ ਪਾਣੀ ਛੱਡ ਕੇ ਬਾਹਰ ਭਇਓ ਮੀਨਾ, ਔਰ ਪੂਰਬ ਜਨਮ ਹੋ ਤਪ ਕਾ ਹੀਨਾ। ਮੈਨੂੰ ਕਹਿੰਦੇ ਨੇ ਵੀ ਪਹਿਲੇ ਜਨਮ ਵਿੱਚ ਤੂੰ ਤਪ ਨਹੀਂ ਕੀਤਾ ਤਾਂ ਤੇਰੀ ਮੱਤ ਮਾਰੀ ਗਈ ਹੈ, ਤੂੰ ਐਡਾ ਪੁੱਠਾ ਕੰਮ ਕਰ ਬੈਠਾ। ਇਹ ਲੋਕ ਮੈਨੂੰ ਏਦਾਂ ਕਹਿੰਦੇ। ਆਪ ਕਹੋ ਰਾਮ ਰਾਮ ਕਵਨ ਗਤ ਮੇਰੀ। हे ਵਾਹਿਗੁਰੂ ਹੁਣ ਇਹ ਦੱਸੋ ਵੀ ਮੇਰਾ ਕੀ ਬਣੇਗਾ? ਤਜੀ ਲੈ ਬਨਾਰਸ ਮੱਤ ਭਈ ਥੋਰੀ, ਮੇਰੀ ਤੇ ਮੱਤ ਮਾਰੀ ਗਈ। ਲੋਕ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਨੇ ਕਬੀਰ ਦੀ ਮੱਤ ਮਾਰੀ ਗਈ। ਤਜੀ ਲੈ ਬਨਾਰਸ, ਇਹਨੇ ਬਨਾਰਸ ਛੱਡ ਦਿੱਤਾ। ਮੱਤ ਭਈ ਥੋਰੀ, ਇਹਦੀ ਮੱਤ ਥੋੜੀ, ਇਹਦੀ ਮੱਤ ਮਾਰੀ ਗਈ, ਇਹਦੀ ਮੱਤ ਨੇ ਕੰਮ ਨਹੀਂ ਕੀਤਾ। ਇਤਿਹਾਸ ਹੁਣ ਇਹਦੇ ਉੱਤੇ ਗੁਰਮਤ ਦਾ ਨਜ਼ਰੀਆ ਕੀ? ਅੱਗੇ ਜਾ ਕੇ ਉਹ ਕਹਿੰਦੇ ਨੇ ਵੀ ਕਾਂਸੀ ਮਗਰ ਸਮ ਵਿਚਾਰੀ, ਮੇਰੇ ਵਾਸਤੇ ਕਾਂਸੀ ਤੇ ਮਗਰ ਬਰਾਬਰ। ਗੁਰਮਤ ਦਾ ਨਜ਼ਰੀਆ ਇਹ ਹੈ, ਉਹਨੂੰ ਖੋਲਣ ਲਈ ਮੈਂ ਤੁਹਾਡੀ ਨਜ਼ਰ ਇੱਕ ਕਵਿਤ ਭਾਈ ਗੁਰਦਾਸ ਜੀ ਦਾ ਕਰਾਂ, ਕਿਉਂਕਿ ਭਾਈ ਗੁਰਦਾਸ ਦੀ ਰਚਨਾ ਗੁਰਬਾਣੀ ਦੀ ਕੁੰਜੀ ਹੈ। ਸਾਡੀ ਕਮਿਊਨਿਟੀ ਵਿੱਚ ਕੁਝ ਵੀਰ ਇਸ ਤਰ੍ਹਾਂ ਵੀ ਕਹਿੰਦੇ ਨੇ ਵੀ ਮਹਾਰਾਜ ਨੇ ਬਾਣੀ 'ਚ ਲਿਖਿਆ ਵੀ ਨਾਨਕ ਗੁਰਬਿਨ ਪਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਉਹ ਜਿਹੜੀ ਕੁੰਜੀ ਦੀ ਗੱਲ, ਜਿਹੜੀ ਗੁਰੂ ਕੋਲ ਕੁੰਜੀ ਦੀ ਗੱਲ ਕਰਦੇ, ਮਨ ਰੂਪੀ ਤਾਕ ਦੀ ਕੁੰਜੀ ਦੀ ਗੱਲ ਕਰਦੇ। ਪਰ ਜਿੱਥੇ ਗੁਰਬਾਣੀ ਦੀ ਕੁੰਜੀ ਦੀ ਗੱਲ ਆਉਂਦੀ ਏ, ਉਹ ਸੀਨਾ ਬਸੀਨਾ ਇਹ ਬਚਨ ਸਾਡੇ ਕੋਲ ਆਏ ਨੇ ਵੀ ਮਹਾਰਾਜ ਨੇ ਜਦੋਂ ਭਾਈ ਗੁਰਦਾਸ ਨੂੰ ਕਿਹਾ ਭਾਈ ਜੀ ਆਪਣੀਆਂ ਵਾਰਾਂ ਵੀ ਵਿੱਚ ਦਰਜ ਕਰੋ, ਤੇ ਭਾਈ ਜੀ ਨੇ ਹੱਥ ਜੋੜ ਕੇ ਆਖਿਆ ਜੀ ਮੈਂ ਤੁਹਾਡੀ ਬਰਾਬਰੀ ਕਿਵੇਂ ਕਰ ਸਕਦਾ, ਮੇਰੀ ਰਚਨਾ ਤੁਹਾਡੀ ਰਚਨਾ ਦੇ ਬਰਾਬਰ ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ। ਤਾਂ ਫਿਰ ਬਾਅਦ ਵਿੱਚ ਮਹਾਰਾਜ ਨੇ ਆਖਿਆ ਵੀ ਤੇਰੀ ਰਚਨਾ ਵੀ ਸਿੱਖ ਬੜੇ ਪਿਆਰ ਨਾਲ, ਇਹ ਗੁਰਬਾਣੀ ਦੀ ਕੁੰਜੀ ਵਰਤ ਹੋਵੇ, ਘਰ ਦੇ ਵਿੱਚ ਐਂਟਰ ਹੋਣਾ ਹੋਵੇ
ਤੇ ਸਭ ਤੋਂ ਪਹਿਲਾਂ ਅਸੀਂ ਜੇਬ ਟਟੋਲ ਕੇ ਕੁੰਜੀ ਲੱਭਦੇ ਹਾਂ। ਕੁੰਜੀ ਨਾ ਲੱਭੇ ਤੇ ਔਖਾ ਹੋ ਜਾਂਦਾ, ਫੋਨ ਕਰਕੇ ਪੁੱਛਦੇ ਹਾਂ ਕੁੰਜੀ ਕਿੱਥੇ ਗਵਾਚ ਗਈ ਹੈ, ਤੁਹਾਡੇ ਕੋਲ ਤੇ ਨਹੀਂ, ਸਾਡੇ ਕੋਲ ਤੇ ਨਹੀਂ। ਕੁੰਜੀ ਦਾ ਬੜਾ ਮਹੱਤਵ ਹੈ ਭਾਈ ਜੀ। ਤੁਹਾਡੀ ਰਚਨਾ ਗੁਰਬਾਣੀ ਦੀ ਕੁੰਜੀ ਕਰਕੇ ਸਤਿਕਾਰੀ ਜਾਏ। ਔਰ ਯਕੀਨ ਜਾਣੋ ਬਈ ਜੇ ਭਾਈ ਗੁਰਦਾਸ ਨੂੰ ਪੜ੍ਹ ਲਈਏ ਤੇ ਬੜੇ ਬੜੇ ਵਿਖਮ ਸ਼ਬਦ ਵੀ ਜਿਹੜੇ ਨੇ ਉਹ ਖੁੱਲ ਜਾਂਦੇ ਨੇ ਤੁਹਾਡੇ ਸਾਹਮਣੇ। ਜਿਵੇਂ ਤੁਸੀਂ ਬਾਜ਼ਾਰ ਵਿੱਚ ਤੁਰੇ ਜਾਂਦੇ, ਕੋਈ ਮਾਲਟਾ ਸੰਤਰਾ ਖਰੀਦ ਲਓ, ਕਿੰਨੂ ਖਰੀਦ ਲਓ, ਤੇ ਉਹਨੂੰ ਸ਼ਕਲ ਲਈ ਖੋਲਣਾ ਪੈਂਦਾ ਨਾ, ਉਹਦਾ ਛਿਲਕਾ ਉਤਾਰਨਾ ਪੈਂਦਾ। ਇਸ ਤਰ੍ਹਾਂ ਭਾਈ ਸਾਹਿਬ ਸਾਰੇ ਛਿਲਕੇ ਉਤਾਰ ਕੇ ਤੁਹਾਡੇ ਸਾਹਮਣੇ ਸੰਤਰਾ ਛਿਲਕੇ ਰੱਖਦੇ। ਛਕੋ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦੈਂਤ ਸੁਤ ਭਗਤ ਪ੍ਰਗਟ ਪ੍ਰਹਿਲਾਦ ਪਏ, ਦੇਵ ਸੁਤ ਜਗ ਮੈਂ ਛਨੀਚਰ ਬਖਾਨੀਏ। ਮਤਪੁਰ ਬਾਂਸੀ ਕੰਸ ਅਦਮ ਅਸੁਰ ਪਏ, ਲੰਕਾ ਬਾਸੀ ਸੇਵਕ ਭੀਖਨ ਪਛਾਨੀਏ। ਸਾਗਰ ਗੰਭੀਰ ਵਿਖਿਆ ਪ੍ਰਗਾਸ ਪਈ, ਇਹ ਮਨ ਮਸਤਕ ਉਦੈ ਉਨਮਾਨੀਏ। ਵਰਨ ਸਥਾਨ ਲਗ ਜੀ ਦੀਰਘ ਯਤਨ ਕਰੇ, ਅਕਥ ਕਥਾ ਵਿਨੋਦ ਬਿਸਮ ਨਾ ਜਾ। ਇੱਕ ਕਵਿਤਾ ਤੇ 4 ਲਾਈਨਾਂ ਦਾ ਇਹਦੇ ਮੈਂ ਅਰਥ ਕਰਦੇ ਹਾਂ, ਕਿਉਂਕਿ ਬ੍ਰਿਜ ਭਾਸ਼ਾ ਵਿੱਚ ਬੜੇ ਕਮਾਲ ਦੀ ਗੱਲ ਹੈ। ਭਾਈ ਜੀ ਕਹਿੰਦੇ ਨੇ ਵੀ ਨੇਕ ਲੋਕਾਂ ਦੇ ਘਰ ਪਦ ਲੋਕ ਜਨਮ ਲੈ ਲਏ। ਕਈ ਵਾਰ ਪਰਿਵਾਰ ਬੜਾ ਚੰਗਾ, ਮਾਂ ਪਿਓ ਦਾਦਾ ਦਾਦੀ ਨਾਨਾ ਨਾਨੀ ਦਾਦਕੇ ਨਾਨਕੇ ਸਾਰਾ ਪਰਿਵਾਰ ਅੱਛਾ ਖਾਨਦਾਨ ਹੁੰਦਾ, ਚੰਗੇ ਲੋਕ ਹੁੰਦੇ ਨੇ, ਸਾਊ ਲੋਕ ਹੁੰਦੇ ਨੇ। ਪਰ ਵੇਖਣ ਚ ਆਉਂਦਾ ਉਹਨਾਂ ਦੇ ਘਰ ਬੱਚਾ ਕੋਈ ਲੋਫਰ ਟਾਈਪ ਪੈਦਾ ਹੋ ਜਾਂਦਾ। ਉਹ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਵੀ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਤੋਂ ਕੋਈ ਚੰਗੀ ਉਮੀਦ, ਮੈਨੂੰ ਖਿਮਾ ਕਰਨਾ, ਨਹੀਂ ਕੀਤੀ ਜਾਂਦੀ, ਉਹਨਾਂ ਦੇ ਘਰ ਬੜੇ ਅੱਛੇ ਲੋਕ ਜਨਮ ਲੈ ਲਏ। ਕਦੀ ਕਦੀ ਪਵਿੱਤਰ ਨਗਰੀਆਂ ਦੇ ਵਿੱਚ ਦੁਸ਼ਟ ਲੋਕ ਪੈਦਾ ਹੋਏ, ਔਰ ਕਦੀ ਕਦੀ ਸਰਾਪੀਆਂ ਹੋਈਆਂ ਧਰਤੀਆਂ ਦੇ ਉੱਤੇ ਬੜੇ ਚੰਗੇ ਲੋਕ ਜਨਮ ਲੈ ਲਏ। ਉਹਨਾਂ ਨੇ 2 3 4 5 ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ, ਦੈਂਤ ਸੁਤ ਭਗਤ ਪ੍ਰਗਟ ਪ੍ਰਹਿਲਾਦ। ਦੈਂਤ ਕੌਣ ਹੈ? ਹਰਨਾਕਸ਼। ਹਰਨਾਕਸ਼ ਦੈਂਤ ਹੈ, ਹਰਨਾਕਸ਼ ਬਾਦਰੂ ਹੈ। ਉਹਦੇ ਘਰ ਜਨਮ ਕੌਣ ਲੈ ਰਿਹਾ? ਪ੍ਰਹਿਲਾਦ। ਪ੍ਰਹਿਲਾਦ ਕੋਈ ਸਧਾਰਨ ਗੱਲ ਨਹੀਂ, ਤੁਸੀਂ ਵਾਰਸ ਹੋ ਕੌਮ ਦੇ। ਧਰੂ ਜੀ ਕੋਈ ਸਧਾਰਨ ਗੱਲ ਨਹੀਂ। ਦੇਖੋ ਸਾਰੇ ਪੈਗੰਬਰ ਬਾਣੀਕਾਰ ਸਤਿਕਾਰਯੋਗ ਨੇ, ਸਾਰੀ ਬਾਣੀ ਵਿੱਚ ਨਾਮ ਜਪਣ ਤੇ ਜ਼ੋਰ ਹੈ, ਪਰ ਨਾਮ ਜਪਣ ਦੀ ਜਦੋਂ ਜਾਚ ਦੱਸੀ ਤੇ ਉਦਾਹਰਨ ਕਿਹਦੀ ਦਿੱਤੀ? ਧਰੂ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ ਜੀ, ਕੈਸੇ ਕੈਸੇ ਕਹਿਣ ਲੱਗੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ ਉਵੇਂ ਜਪੋ, ਜਿਵੇਂ ਪ੍ਰਹਿਲਾਦ ਨੇ ਜਪਿਆ ਉਵੇਂ ਜਪੋ। ਇਹ ਤਾਰੀਫ ਕੋਈ ਸਧਾਰਨ ਵਿਅਕਤੀ ਨਹੀਂ, ਇਹ ਤਾਰੀਫ ਗੁਰਬਾਣੀ ਕਰ ਰਹੀ ਹੈ। ਤੇ ਗੁਰਬਾਣੀ ਕੀ ਹੈ ਸਾਧ ਸੰਗਤ? ਵਾਹ ਵਾਹ ਗੁਰਬਾਣੀ ਨਿਰੰਕਾਰ ਹੈ। ਯਾਨੀ ਦੂਜੇ ਸ਼ਬਦਾਂ 'ਚ ਕਹਿ ਲਓ, ਨਿਰੰਕਾਰ ਕਹਿ ਰਿਹਾ ਵੀ ਧਰੂ ਤੋਂ ਜਾਤ ਸਿੱਖੋ, ਪ੍ਰਹਿਲਾਦ ਤੋਂ। ਕਿਉਂ? ਕਿਉਂਕਿ ਇਹਦਾ ਇੱਕ ਕਾਰਨ ਹੈ ਕਿ ਜਿਹੜਾ ਬੱਚਾ ਹੈ, ਮੈਚਿਓਰ ਦੇ ਮੁਕਾਬਲੇ ਬੱਚੇ ਵਿੱਚ ਵਕਾਰ ਘੱਟ ਹੁੰਦੇ ਨੇ, ਅਬਲ ਹੁੰਦੇ ਹੀ ਨਹੀਂ। ਛੋਟਾ ਬੱਚਾ ਹੈ, ਉਹਨੂੰ ਕਾਮ ਦਾ ਪਤਾ ਹੀ ਨਹੀਂ ਵੀ ਕਾਮ ਕਹਿੰਦੇ ਕਿਹਨੂੰ ਨੇ। ਤੇ ਜੇ ਕ੍ਰੋਧ ਆ ਗਿਆ, ਸਾਥੀ ਨਾਲ ਲੜ ਪਏ, ਤੇ 2 3 4 5 7 10 ਮਿੰਟ ਵਾਸਤੇ ਉਦੋਂ ਬਾਅਦ ਫਿਰ ਇਕੱਠੇ ਖੇਡਣ ਡਏ ਤੇ ਲੋਭ ਹੈ ਹੀ ਕੋਈ ਨਾ, ਮੋਹ ਕੋਈ ਨਹੀਂ। ਮਾਂ ਨੇ ਪਕੜ ਕੇ ਲਿਆਉਣਾ, ਰੋਟੀ ਖਾ ਲੈ, ਖੇਡ ਵਿੱਚ ਰੁੱਝਾ। ਹਾਂ, ਖੇਡ ਨਾਲ ਮੋਹ ਹੈ। ਚੌਥੇ ਪਿਆਰ ਉਪੰਨੀ ਖੇਡ, ਹੋਰ ਕੋਈ ਵਕਾਰ ਨਹੀਂ। ਬਿਲਕੁਲ ਐਨ ਕਿਸੇ ਝਰਨੇ ਦੇ ਪਾਣੀ ਵਾਂਗ ਨਿਰਮਲ ਕਲ ਕਲ ਕਰਦਾ ਹੋਇਆ ਜਾਂਦਾ, ਸ਼ੁੱਧ ਆਤਮਾ ਸ਼ੀਸ਼ੇ ਵਰਗੀ। तो क्योंकि जदों तक अंदरला शुद्ध नहीं होता, आउटपुट बहुत ही नहीं निकलता। काहे को कीजे ध्यान जपन्ना, जब ते शुद्ध नहीं मन अपना। भाई मन शुद्ध कर। ये नहीं भी हुण असीं कहिए जदों साडा मन शुद्ध होवेगा उदों जपांगे। जपना है, जपदे जपदे शुद्ध हो जाएगा, पर इहनूं शुद्ध करन दा तरीका सुची किरत। ਹੁਣ ਸੁੱਚੀ ਕਿਰਤ ਵੱਲ ਨਾ ਸਾਡੇ ਸਿੱਖਾਂ ਦਾ ਧਿਆਨ ਕਰਦੇ। ਲਿਵਿੰਗ ਸਟੈਂਡਰਡ ਮੇਨਟੇਨ ਕਰਨ ਲਈ ਬੰਦਾ ਕੁਛ ਕੀਤਾ, ਔਰ ਬਿਲਕੁਲ ਜਿਹੜੀ ਚੀਟਿੰਗ ਹੈ, ਠੱਗੀ ਠੋਰੀ ਹੈ, ਹੀਰਾ ਫੇਰੀ ਹੈ, ਬੇਈਮਾਨੀ ਹੈ,
ਉਹਨੂੰ ਬਿਲਕੁਲ ਮਾਈਨਰ ਗੱਲ ਸਮਝਦਾ, ਕਹਿੰਦਾ ਵੀ ਕੀ ਫਰਕ ਪੈਂਦਾ। ਹੁਣ ਗੰਗੂ ਨੇ ਕੀ ਕੀਤਾ ਸੀ, ਚੀਚਨ ਸੀ ਨਾ, ਹੋਰਾਂ ਦੇ ਲਾਲਚ ਬੱਚੇ ਨੀਹਾਂ 'ਚ ਖੜੇ ਕਰ ਦਿੰਦੇ। ਅਸੀਂ ਕਿੰਨੀਆਂ ਲਾਲਤਾਂ ਪਾਉਂਦੇ ਹਾਂ ਜੀ। ਤੇ ਜੇ ਅਸੀਂ ਵੀ, ਸਾਡਾ ਵੀ ਆਚਰਣ ਗੰਗੂ ਵਰਗਾ ਹੈ, ਤੇ ਫਿਰ ਸਾਨੂੰ ਕੀ ਆ ਕੇ ਗੰਗੂ ਨੂੰ ਲਾਲਤਾਂ ਪਾਉਣ। ਜੇ ਉਹ ਚੰਦ ਮੋਹਰਾਂ ਤੇ ਡੋਲ ਗਿਆ, ਅਸੀਂ ਚੰਦ ਰੁਪਈਆਂ ਤੇ ਡੋਲ ਕੇ ਈਮਾਨ ਡੋਲ ਦਈਏ, ਬੇਈਮਾਨੀ ਕਰ ਲਈਏ, ਹੇਰਾ ਫੇਰੀ ਕਰ ਲਈਏ, ਕਿਸੇ ਦਾ ਘਰ ਉਜਾੜ ਦਈਏ ਚੀਟਿੰਗ ਕਰਕੇ, ਤੇ ਫਿਰ ਗੰਗੂ ਵਿੱਚ ਤੇ ਸਾਡੇ 'ਚ ਫਰਕ ਕੀ ਹੈ ਜੀ। ਦੇਖੋ, ਗੰਗੂ ਇੱਕ ਕਰੈਕਟਰ ਹੈ, ਗੰਗੂ ਬਾਡੀ ਨਹੀਂ। ਗੰਗੂ ਇੱਕ ਕਰੈਕਟਰ ਹੈ ਵੀ ਲਾਲਚ ਵਸ ਉਹ ਸ਼ੀਰਖੋਰ ਦੁੱਧ ਪੀਂਦੇ ਬੱਚਿਆਂ ਨੂੰ ਨੀਹਾਂ 'ਚ ਖੜਾ ਕਰ ਸਕਦਾ। ਤੇ ਜੇ ਗੰਗੂ ਨੇ ਬੜਾ ਮਾੜਾ ਕੀਤਾ ਹੈ, ਫਿਰ ਉਸ ਤਰ੍ਹਾਂ ਦਾ ਮਾੜਾ ਸਾਨੂੰ ਨਹੀਂ ਕਰਨਾ ਚਾਹੀਦਾ। ਬਿਲਕੁਲ ਹੂ ਤੇ ਨਹੀਂ ਨਾ ਹੋ ਸਕਦਾ ਵੀ ਅਸੀਂ ਨੀਹਾਂ 'ਚ ਖੜਾ ਕਰਾਂਗੇ। ਸੈਂਸ ਉਹ ਹੁੰਦੀ ਏ, ਕੰਮ ਕੋਈ ਥੋੜਾ ਡਿਫਰੈਂਟ ਵੀ ਹੋ ਜਾਂਦਾ। ਖੈਰ, ਬੱਚਾ ਬਿਲਕੁਲ ਨਿਰਮਲ ਜਲ ਵਰਗਾ। ਇੱਕ ਬੜੀ ਦਿਲਚਸਪ ਘਟਨਾ ਇਸ ਸੰਬੰਧ ਮੈਨੂੰ ਯਾਦ ਆਉਂਦੀ ਹੈ, ਗੁਰਮੁਖ ਸਿੰਘ ਮੁਸਾਫਰ ਦੀ। ਬੱਚਾ ਕਿੰਨਾ ਸਾਫ਼ ਹੁੰਦਾ। ਉਹਨਾਂ ਨੇ ਗੱਲ ਸਮਝਾਉਣ ਲਈ ਨਾ ਦੋ ਪਾਤਰ ਬਣਾਏ ਨੇ, ਇੱਕ ਦਾ ਨਾਮ ਵੀਰਾ ਰੱਖਿਆ, ਇੱਕ ਦਾ ਨਾਮ ਧੀਰਾ ਰੱਖਿਆ। ਤੇ ਵੀਰਾ ਤੇ ਧੀਰਾ ਆਪੇ ਵਿੱਚ ਖੇਡਦੇ ਨੇ ਇਕੱਠੇ, ਖੇਡਦਿਆਂ ਲੜ ਪਏ। ਵੀਰੇ ਨਾਲੋਂ ਧੀਰਾ ਥੋੜਾ ਜਿਹਾ ਤਾਕਤਵਰ ਸੀ, ਥੋੜਾ ਸਾਲ 6 ਮਹੀਨੇ ਵੱਡਾ ਵੀ ਸੀ। ਲੜਦਿਆਂ ਧੀਰੇ ਨੇ ਵੀਰੇ ਨੂੰ ਮਾਰਿਆ, ਕੁੱਟਿਆ। ਮੁਸਾਫਰ ਸਾਹਿਬ ਕਹਿੰਦੇ ਨੇ ਵੀਰੇ ਨੂੰ ਧੀਰੇ ਮਾਰਿਆ, ਤੇ ਵੀਰੇ ਨੇ ਆਪਣੀ ਮਾਂ ਨੂੰ ਜਾ ਕੇ ਦੱਸਣਾ ਸੀ। ਉਹਨੇ ਜਦੋਂ ਦੱਸਿਆ ਤੇ ਮਾਂ ਉਹਨੂੰ ਤਾੜਿਆ। ਉਹਦੀ ਮਾਂ ਨੇ ਆ ਕੇ ਦੂਜੇ ਬੱਚੇ ਨੂੰ ਵੀ, ਤੂੰ ਮੇਰੇ ਬੱਚੇ ਨੂੰ ਕਿਉਂ ਕੁੱਟਿਆ? ਉਹਨੇ ਆਪਣੀ ਮਾਂ ਨੂੰ ਦੱਸਿਆ ਵੀ ਮਾਂ, ਮੇਰੀ ਤੇ ਧੀਰੇ ਦੀ ਲੜਾਈ ਹੋ ਗਈ। ਧੀਰੇ ਨੇ ਜਾ ਕੇ ਮਾਂ ਨੂੰ ਦੱਸਿਆ, ਉਹਦੀ ਮਾਂ ਨੇ ਮੈਨੂੰ ਆ ਕੇ ਝਿੜਕਿਆ, ਮੈਨੂੰ ਮਾਂ ਚਪੇਟ ਵੀ ਮਾਰੀ ਹੈ। ਉਹਦੀ ਮਾਂ ਵੀ ਗਲੀ ਚ ਆ ਗਈ। ਹੁਣ ਬੱਚੇ ਤੇ ਪਿੱਛੇ ਹਟ ਕੇ ਮਾਵਾਂ ਲੜਨ ਲੱਗ ਪਈਆਂ। ਮੁਸਾਫਰ ਸਾਹਿਬ ਨੇ ਗੱਲ ਸਮਝਾਉਣ ਲਈ ਇਹ ਸਾਡੇ ਸਾਹਮਣੇ ਇੱਕ ਦ੍ਰਿਸ਼ ਜਿਹੜਾ ਉਹ ਚਿੱਤਰਿਤ ਕੀਤਾ। ਇਹ ਪਾਤਰ ਬਣਾਏ ਨੇ ਉਹਨਾਂ ਨੇ, ਇਹ ਕਾਲਪਨਿਕ ਗੱਲ। ਉਹ ਕਹਿੰਦੇ ਵੀਰੇ ਨੂੰ ਧੀਰੇ ਮਾਰਿਆ, ਮਾਂ ਉਹਨੂੰ ਤਾੜਿਆ, ਉਹਨ ਆਪਣੀ ਮਾਂ ਨੂੰ ਦੱਸਿਆ। ਗਾਲਾਂ ਦਾ ਮੀਂਹ ਫਿਰ ਵਸਿਆ, ਇੱਕ ਦੂਜੇ ਦੀਆਂ ਗੁੱਤਾਂ ਪੱਟੀਆਂ। ਲੜ ਭਿੜ ਕੇ ਜਦੋਂ ਹਟੀਆਂ, ਵੀਰੇ ਦੀ ਮਾਂ ਵੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ। ਉਹ ਆਉਂਦੇ ਨਹੀਂ ਹੱਸਦੇ, ਦਿਲ ਦੀ ਸਫਾਈ ਦੱਸਦੇ। ਲੜ ਭਿੜ ਕੇ ਇੱਕੋ ਹੋ ਗਏ, ਵੱਡਿਆਂ ਨੇ ਚਾਟੇ ਕੋ। ਵੀਰੇ ਦੀ ਮਾਂ ਧੀਰੇ ਦੇ ਗਲ 'ਚ ਤੇ ਧੀਰੇ ਦੀ ਮਾਂ ਵੀਰੇ ਦੇ ਗਲ ਵਿੱਚ। ਉਹਨਾਂ ਨੂੰ ਲੈ ਕੇ ਮਾਵਾਂ ਲਾਲ ਪੀਲੀਆਂ ਹੋਈਆਂ ਸਨ। ਉਹ ਫਿਰ ਇਕੱਠੇ ਖੇਡਣ ਵੈਰ ਭਾਵਨਾ। ਇਹਨੂੰ ਹਜ਼ੂਰ ਕਹਿੰਦੇ ਨੇ, ਪਾਇਓ ਪਾਲ ਬੁੱਧ ਸੁਖ ਰੇ। ਭਾਵੇਂ ਬੁੱਢਾ ਹੋ ਗਿਆ, ਬੁੱਧੀ ਬੱਚਿਆਂ ਵਰਗੀ ਬਣਾ। ਕੋਈ ਪੱਕੇ ਤੌਰ ਤੇ ਵੈਰੀ ਨਹੀਂ, ਕੋਈ ਪੱਕੇ ਤੌਰ ਤੇ ਦੋਸਤ ਨਹੀਂ। ਔਰੰਗਜ਼ੇਬ ਨੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਪਿਤਾ ਸ਼ਹੀਦ ਕਰਵਾ ਦਿੱਤਾ, ਮਾਤਾ ਸ਼ਹੀਦ ਕਰਵਾ ਦਿੱਤੀ, ਕਿਲੇ ਖੋਹ ਲਏ। ਪਰ ਜਦੋਂ ਬਹਾਦਰ ਸ਼ਾਹ ਦੱਖਣ ਵਿੱਚ ਗਿਆ, ਮਹਾਰਾਜ ਮੇਰੇ ਭਰਾ ਇੱਥੋਂ ਤਖਤ ਖੋਹਦੇ ਨੇ, ਮੇਰੀ ਮਦਦ ਕਰੋ। ਸਿੱਖਾਂ ਨੂੰ ਕਹਿ ਕੇ ਜਾਓ, ਇਹਦਾ ਤਖਤ ਦਬਾ ਕੇ। ਔਰੰਗਜ਼ੇਬ ਦੇ ਪੁੱਤਰ ਦੀ ਮੈਦਾਨੇ ਜੰਗ ਵਿੱਚ ਕਲਗੀਆਂ ਵਾਲੇ ਨੇ ਮਦਦ ਕਰਵਾਈ। ਸਤਿਗੁਰ ਸਭਨਾ ਦਾ ਭਲਾ ਬਣਾਇਂਦਾ, ਤਿਸ ਦਾ ਬੁਰਾ ਕਿਉਂ? ਉਸ ਗੁਰੂ ਦੇ ਅਸੀਂ ਸਿੱਖ। ਸਤਿਗੁਰ ਅੰਦਰੋਂ ਨਿਰਵੈਰ ਹੈ। ਇਹ ਕਹਿਣੀ ਸੌਖੀ ਇਹ ਗੱਲ, ਪਰ ਉਹ ਜੇ ਯਤਨ ਕਰਨ ਨਾਲ ਹੋ ਜਾਏ ਤੇ ਬਖਸ਼ਿਸ਼ ਦੇ ਪਾਤਰ ਬਣਦੇ। ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ। ਦੈਤ ਸੁਤ ਭਗਤ ਪ੍ਰਗਟ ਪ੍ਰਹਿਲਾਦ ਪੈ। ਪ੍ਰਹਿਲਾਦ ਤੋਂ ਗੱਲ ਸੀ। ਹਰਨਾਕਸ਼ ਦੇ ਘਰ, ਦੈਤ ਦੇ ਘਰ ਦੇਵਤੇ ਵਰਗਾ ਪੁੱਤਰ ਪੈਦਾ ਹੋ ਗਿਆ। ਦੇਵ ਸੁਤ ਜਗ में ਸ਼ਨੀਚਰ ਬਖਾਨੀ ਹੈ। ਹੁਣ ਇਹ ਮੈਥੋਲੋਜੀ ਹੈ ਵੀ ਜਿਹੜਾ ਸ਼ਨੀਚਰ ਹੈ ਉਹ ਤੇ ਸੂਰਜ ਧਰਮਰਾਜ ਦੇ ਪੁੱਤਰ ਨੇ, ਉਹ ਦੇਵਤਾ ਮੰਨਿਆ ਜਾਂਦਾ। ਉਹ ਦੇਵਤਾ ਹੈ, ਪੁੱਤਰ ਜਿਹੜਾ ਉਹ ਦੁਸ਼ਟ ਪੈਦਾ ਹੋ ਗਿਆ। ਦੇਵ ਸੁਤ ਜਗ में ਸ਼ਨੀਚਰ ਬਖਾਨੀ ਹੈ। ਮਧਪੁਰ ਵਾਸੀ ਕੰਸ ਅਦਮ ਅਸੁਰ ਪੈ। ਹੁਣ ਜਿਹੜਾ ਕੰਸ ਹੈ, ਜਿਹਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਮਾਰਿਆ ਸੀ, ਉਹਦਾ ਜਨਮ ਮਥੁਰਾ ਵਿੱਚ। ਮਥੁਰਾ ਵੀ 7 ਪੁਰੀਆਂ ਵਿੱਚੋਂ ਇੱਕ ਪੁਰੀ ਹੈ।
ਪਵਿੱਤਰ ਨਗਰੀ ਮੰਨੀ ਜਾਂਦੀ ਹੈ। ਉਸ ਪਵਿੱਤਰ ਨਗਰੀ ਵਿੱਚ ਕੰਸ ਵਰਗੇ ਇਨਸਾਨ ਜਿਹੜੇ ਦੁਸ਼ਟ ਇਨਸਾਨ ਸਮਝੇ ਜਾਂਦੇ ਨੇ ਉਹ ਪੈਦਾ ਹੋ ਗਏ। ਮਧਪੁਰ ਵਾਸੀ ਕੰਸ ਅਦਮ ਅਸੁਰ ਪਏ, ਲੰਕਾ ਵਾਸੀ ਸੇਵਕ ਭਪੀਖਣ ਪਛਾਣੀਏ। ਲੰਕਾ ਰਾਵਣ ਕਰਕੇ ਬਦਨਾਮ ਹੈ, ਉਸੇ ਲੰਕਾ ਵਿੱਚ ਭਪੀਖਣ ਵਰਗੇ ਪੈਦਾ ਹੋਏ ਜਿਨ੍ਹਾਂ ਨੇ ਰਾਮਚੰਦਰ ਦੀ ਮਦਦ ਕੀਤੀ। ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਪਈ। ਸਾਗਰ ਬੜਾ ਡੂੰਘਾ ਹੈ, ਪਰ ਇਸੇ ਸਾਗਰ ਵਿੱਚੋਂ ਕਾਲਕੂਟ ਨਿਕਲਿਆ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਉਹਨੂੰ ਰਿੜਕਿਆ, ਉਹਦੇ ਚੋਂ ਜ਼ਹਿਰ ਨਿਕਲਿਆ, ਜ਼ਹਿਰ ਦਾ ਘੜਾ, ਕਾਲਕੂਟ ਦਾ ਘੜਾ ਨਿਕਲਿਆ। ਇਹ ਮਸਤਕ ਮਨ ਉਦੈ ਉਨਮਾਨੀ ਹੈ, ਤੇ ਜਿਹਨੂੰ ਲੋਕ ਮਣੀ ਕਹਿੰਦੇ ਨੇ। ਸੱਪ ਦੇ ਸਿਰ ਵਿੱਚੋਂ ਜਿਹੜੀ ਨਿਕਲਦੀ ਏ, ਉਹ ਵੇਖੋ ਸੱਪ ਦੇ ਸਿਰ ਚੋਂ ਨਿਕਲੀ। ਸੱਪ ਕੀ ਹੈ? ਜ਼ਹਿਰ ਦਾ ਕਾਰਖਾਨਾ। ਸਾਗਰ ਨੂੰ ਪਦਾਰਥਾਂ ਦਾ ਖਜ਼ਾਨਾ ਸਮਝਿਆ ਜਾਂਦਾ, ਉੱਥੋਂ ਜ਼ਹਿਰ ਨਿਕਲ ਰਿਹਾ ਹੈ, ਤੇ ਜ਼ਹਿਰ ਵਾਲੇ ਸੱਪ ਦੇ ਸਿਰ ਦੇ ਵਿੱਚੋਂ ਮਣੀ ਨਿਕਲ ਰਹੀ। ਉਲਟਾ ਹੋ ਰਿਹਾ ਸਭ। ਇਸ ਲਈ ਵਰਨ ਸਥਾਨ ਲਗ ਦੀਰਘ ਯਤਨ ਕਰੇ, ਅਕਥ ਕਥਾ ਬਿਸਮ ਨਾ ਜਾ। ਇਹ ਜਿਹੜਾ ਵਰਨ ਹੈ, ਸਥਾਨ ਹੈ, ਵੱਡਾ ਹੈ, ਛੋਟਾ ਹੈ, ਜਿਹਦੀ ਵਿਚਾਰ ਕਰਦੇ ਹੋ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਕਹਿ ਲਗੇ ਕਈ ਵਾਰ ਉਲਟਾ ਪੁਲਟਾ। ਬਨਾਰਸ ਵਿੱਚ ਮੁਕਤੀ ਮਿਲੇਗੀ ਤੇ ਮਗਰ ਵਿੱਚ ਖੋਤੇ ਦੀ ਜੂਨ ਮਿਲੇਗੀ। ਇਹਨੂੰ ਭਗਤ ਕਬੀਰ ਸਾਹਿਬ ਨੇ ਕੰਡੈਮ ਕੀਤਾ। ਮਨੁੱਖ ਦੇ ਆਪਣੇ ਕਰਮ ਜਿਹੜੇ ਨੇ ਉਹੀ ਉਹਦਾ ਅਗਲਾ ਰਸਤਾ ਬਣਾਉਂਦੇ। ਉਹ ਭਾਵੇਂ ਪਵਿੱਤਰ ਨਗਰ ਵਿੱਚ ਰਵੇ, ਭਾਵੇਂ ਉਹ ਸ਼ਰਾਬੀ ਹੋਈ ਧਰਤੀ ਵਿੱਚ ਰਵੇ, ਮਾਇਨੇ ਇਹ ਗੱਲ ਨਹੀਂ ਰੱਖਦੀ। ਇਹ ਗੱਲ ਮਾਇਨੇ ਰੱਖਦੀ ਹੈ ਵੀ ਉਹਦੀ ਜੀਵਨ ਜਾਂਚ ਕਿਸ ਤਰ੍ਹਾਂ, ਉਹਦੀ ਦਿਨ ਚਰਈਆ ਕਿਸ ਤਰ੍ਹਾਂ ਦੀ ਹੈ, ਉਹ ਆਪਣੇ ਸਵਾਸਾਂ ਦਾ ਉਪਯੋਗ ਕਿਵੇਂ ਕਰਦਾ। ਇਹ ਉਪਦੇਸ਼ ਹੈ ਸ਼ਬਦ। ਔਰ ਭਗਤ ਕਬੀਰ ਸਾਹਿਬ ਮਹਾਰਾਜ ਰਹਾਉ ਵਾਲੀਆਂ ਪੰਕਤੀਆਂ ਵਿੱਚ ਕਹਿ ਰਹੇ ਨੇ, ਅਬ ਕੋ ਰਾਮ ਰਾਮ ਕਵਣ ਗਤ ਮੋਰੀ, ਤਜੀਲੇ ਬਨਾਰਸ ਮੱਤ ਪਈ ਥੋਰੀ। ਹੁਣ ਮੇਰਾ ਕੀ ਬਣੇਗਾ? ਮੈਨੂੰ ਤੇ ਲੋਕੀ ਆਉਂਦੇ ਨੇ ਇਹਦੀ ਮੱਤ ਮਾਰੀ ਗਈ, ਇਹਨੇ ਬਨਾਰਸ ਛੱਡ ਕੇ ਤੇ ਮਗਰ ਜਾ ਕੇ ਵਸ ਗਿਆ। ਅਗਲੇ ਬੋਲ ਇਸ ਸ਼ਬਦ ਦਾ ਜੋ ਦੂਜਾ ਪਦਾ ਹੈ, ਸਗਲ ਜਨਮ ਸ਼ਿਵਪੁਰੀ ਗਵਾਇਆ। ਮੈਨੂੰ ਕਹਿੰਦੇ ਨੇ ਸਾਰੀ ਉਮਰ ਤੂੰ ਸ਼ਿਵਪੁਰੀ ਵਿੱਚ ਰਿਹਾ, ਬਨਾਰਸ ਵਿੱਚ ਰਿਹਾ, ਕਾਸ਼ੀ ਜਾਂ ਵਾਰਾਣਸੀ ਵਿੱਚ ਰਿਹਾ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਔਰ ਜਦੋਂ ਕੁਝ ਪ੍ਰਾਪਤ ਹੋਣਾ ਸੀ ਉਦੋਂ ਮਗਰ ਚ ਆ ਗਿਆ। ਮਗਰ ਨੂੰ ਹੀ ਹੜੰਬਾ ਕਹਿੰਦੇ ਨੇ। ਮੈਂ ਬੇਨਤੀ ਕਰਦਾ, ਗੋਰਖਪੁਰ ਤੋਂ ਇਹ 15 ਕਿਲੋਮੀਟਰ ਦੀ ਦੂਰੀ ਤੇ ਹੈ। ਕਬੀਰ ਸਾਹਿਬ ਦਾ ਜਿਹੜਾ ਸਥਾਨ ਬਣਿਆ ਹੈ, ਉੱਥੇ ਮੁਸਲਮਾਨ ਵੀ ਜਾਂਦੇ ਨੇ, ਹਿੰਦੂ ਵੀ ਜਾਂਦੇ। ਉਹਨਾਂ ਵੀ ਆਪਣਾ ਬਣਾਇਆ, ਤੇ ਉਹਨਾਂ ਵੀ, ਉਹ ਕਹਿੰਦੇ ਕਬੀਰ ਮੁਸਲਮਾਨ ਸਨ, ਉਹ ਕਹਿੰਦੇ ਹਿੰਦੂ ਸਨ। ਅਸਲ ਵਿੱਚ ਮੌਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਮੌਤ ਤੋਂ ਬਾਅਦ ਸਾਰੀਆਂ ਕੌਮਾਂ ਕਹਿਣ ਵੀ ਇਹ ਤੁਹਾਡਾ ਨਹੀਂ ਸਾਡਾ ਸੀ। ਹੁਣ ਇਹ ਮਗਰ ਦੀ ਪਾਵਨ ਧਰਤੀ ਜਿੱਥੇ ਕਬੀਰ ਸਾਹਿਬ ਨੇ ਸਰੀਰ ਤਿਆਗਿਆ, ਕਹਿੰਦੇ ਨੇ ਲੋਕ ਮੈਨੂੰ ਤਾਨਾ ਦਿੰਦੇ ਨੇ, ਮਿਹਣਾ ਦਿੰਦੇ ਨੇ, ਸਾਰਾ ਜਨਮ ਸ਼ਿਵਪੁਰੀ ਚ ਗਵਾ ਲਿਆ। ਸਗਲ ਜਨਮ ਸ਼ਿਵਪੁਰੀ ਗਵਾਇਆ। ਗਵਾਇਆ ਕਿਉਂਕਿ ਤੂੰ ਉੱਥੇ ਬੜਾ ਕੁਛ ਕੀਤਾ, ਪਰ ਹੁਣ ਮਗਰ ਆ ਗਿਆ, ਉੱਤੇ ਦੀ ਜੂਨ ਪੈਣਾ, ਉੱਤੇ ਤੇਰਾ ਖਤਮ ਹੋ ਗਿਆ, ਗਵਾ ਹੀ ਲਿਆ। ਮਰਤੀ ਬਾਰ ਮਗਹਰ ਉੱਠ ਆਇਆ। ਮਰਦੇ ਸਮੇਂ ਮੌਤ ਤੋਂ ਪਹਿਲਾਂ ਤੂੰ ਮਗਰ ਦੀ ਧਰਤੀ ਤੇ ਕਾਂਸ਼ੀ ਤੋਂ ਉੱਠ ਕੇ ਆ ਗਿਆ। ਫਿਰ ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗਰ ਕੀ ਬਾਸੀ। ਬਹੁਤ ਸਾਲ ਤਪ ਕੀਤਾ ਕਾਂਸ਼ੀ ਦੀ ਧਰਤੀ ਤੇ। ਇਸ ਪੰਕਤੀ ਵਿੱਚ ਵੀ ਦੁਬਾਰਾ ਯੋਗ ਆ। ਔਰ ਮੈਸੇਜ ਇਹ ਦੇਣਾ ਚਾਹੁੰਦੇ ਨੇ ਭਗਤ ਕਬੀਰ ਸਾਹਿਬ ਮਹਾਰਾਜ, ਬਈ ਕਿਸੇ ਪੁਰੀ ਵਿੱਚ ਸਰੀਰ ਤਿਆਗਣ ਨਾਲ ਜਾਂ ਨਾ ਤਿਆਗਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹਾਂ, ਗੁਰੂ ਦੀ ਸ਼ਰਨ ਪੈ ਕੇ ਆਪਣੇ ਅਹੰਕਾਰ ਨੂੰ ਖਤਮ ਕਰਕੇ ਉਹ ਜੀਵਨ ਨੂੰ ਸਫਲ ਕਰ ਸਕਦਾ। ਇਹੀ ਕਾਰਨ ਨੇ ਵੀ ਬਾਣੀ ਵਿੱਚ ਥਾਂ ਪਰ ਥਾਂ ਸਾਨੂੰ ਸੰਗਤ ਵਿੱਚ ਜੁੜਨ ਦੀ ਪ੍ਰੇਰਨਾ, ਬਾਣੀ ਪੜ੍ਹਨ ਦੀ ਪ੍ਰੇਰਨਾ, ਗੁਰਮੁਖੋਂ ਨਾਮ ਜਪਣ ਦੀ ਪ੍ਰੇਰਨਾ ਜਿਹੜੀ ਹੈ ਉਹ ਕੀਤੀ ਗਈ ਹੈ।
ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਹੀ ਇੱਕ ਸ਼ਬਦ ਹੈ ਬਾਣੀ ਵਿੱਚ, ਜਿਹਦੇ ਵਿੱਚ ਆਪ ਜੀ ਫਰਮਾਨ ਕਰਦੇ ਨੇ, ਪੇਵਕੜਾ ਦਿਨ ਚਾਰ ਹੈ ਸਾਹੁਰ ਨੇ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਗਿਆ। ਉਹਦੇ ਵਿੱਚ ਕਬੀਰ ਸਾਹਿਬ ਨੇ ਲੋਕ ਤੇ ਪ੍ਰਲੋਕ ਨੂੰ ਪੇਕਾ ਘਰ ਤੇ ਸਹੁਰਾ ਘਰ ਬਣਾ ਕੇ ਜੀਵ ਇਸਤਰੀ ਨੂੰ ਇੱਕ ਲੜਕੀ ਕਹਿ ਕੇ ਉਹ ਨਕਸ਼ਾ ਸਾਡੀਆਂ ਅੱਖਾਂ ਸਾਹਮਣੇ ਫਿਲਮਾਇਆ। ਜਿਵੇਂ ਦੁਨਿਆਵੀ ਪੱਖੋਂ ਕੋਈ ਲੜਕੀ ਜਦੋਂ ਜਵਾਨ ਹੁੰਦੀ ਹੈ ਤੇ ਉਹਦੀ ਵਿਆਹ ਸ਼ਾਦੀ ਤੋਂ ਬਾਅਦ ਉਹ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਚਲੀ ਜਾਂਦੀ। ਮਹਾਰਾਜ ਕਹਿੰਦੇ ਨੇ ਜਦੋਂ ਸਵਾਸ ਪੂਰੇ ਹੋ ਜਾਣੇ ਨੇ, ਲੋਕ ਨੂੰ ਛੱਡ ਕੇ ਪ੍ਰਲੋਕ 'ਚ ਜਾਣਾ ਪੈਣਾ। ਤੇ ਪ੍ਰਲੋਕ ਵਿੱਚ ਕੀ ਹੁੰਦਾ ਹੈ, ਸਹੁਰੇ ਘਰ ਕੀ ਹੁੰਦਾ ਹੈ? ਵੇਖੋ, ਪੇਕੇ ਘਰ ਵਿੱਚ ਇੱਕ ਜਣਾ ਝਿੜਕੇ ਤੇ ਦੂਜਾ ਝਿੜਕਣ ਵਾਲੇ ਨੂੰ ਝਿੜਕਦੇ। ਮਾਂ ਕਵੇ ਨਾ ਵੀ 10,000 ਦਾ ਸੂਟ ਸੀ, ਚਲੀਏ ਪ੍ਰੈਸ ਕਰਨ ਲੱਗੀ ਨੇ ਸਾੜ ਦਿੱਤਾ ਹੀ, ਤੈਨੂੰ ਅਕਲ ਨਹੀਂ। ਤੇ ਪਿਓ ਸੁਣਦਾ ਹੋਵੇ ਤੇ ਕਹਿ ਦਿੰਦਾ, ਖਬਰਦਾਰ ਮੇਰੀ ਧੀ ਨੂੰ ਝਿੜਕਿਆ ਤੇ ਕੋਈ ਤੈਨੂੰ ਸੂਟ ਹੋਰ ਲਿਆ ਦਿਆ, ਮੇਰੀ ਧੀ ਨੂੰ ਨਹੀਂ ਝਿੜਕਦਾ। ਇੱਕ ਘੂਰੇਗਾ, ਦੂਜਾ ਪੁਚਕਰ ਮਾਰ ਲੈ। ਆਖਰ ਧੀ ਹੈ, ਜਨਮ ਦਿੱਤਾ ਹੈ, ਪਾਲਿਆ ਹੈ, ਪੋਸਿਆ ਹੈ, ਸਾਡਾ ਹਿੱਸਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਬਹੁਤ ਘੱਟ ਕੇਸ ਛੱਡ ਕੇ ਸਹੁਰੇ ਕਰਦੇ ਸੀ। ਉੱਥੇ ਤੇ ਹਰ ਵਿਅਕਤੀ, ਹਰ ਮੈਂਬਰ ਇਸ ਪਾਤ ਵਿੱਚ ਵੀ ਇਹਦਾ ਨੁਕਸ ਕੋਈ ਸਾਨੂੰ ਲੱਭੇ ਤੇ ਅਸੀਂ ਇਹਨੂੰ ਜ਼ਲੀਲ ਕਰੀਏ। ਹੁਣ ਥੋੜੀ ਜਿਹੀ ਅਵੇਅਰਨੈਸ ਆਈ ਹੈ, ਜਿਵੇਂ ਜਿਵੇਂ ਐਜੂਕੇਸ਼ਨ ਦਾ ਬੋਲਬਾਲਾ ਹੋਇਆ ਹੈ, ਧਰਮ ਪ੍ਰਚਾਰ ਹੋਇਆ ਹੈ, ਹੌਲੀ ਹੌਲੀ ਮੈਨੂੰ ਮਹਿਸੂਸ ਹੁੰਦਾ ਵੀ ਹੁਣ ਕੁਛ ਫਰਕ ਪਿਆ ਹੈ। ਪਰ ਕੋਈ ਜ਼ਮਾਨਾ ਸੀ ਜਦੋਂ ਲੜਕੀਆਂ ਨੂੰ ਸਹੁਰੇ ਘਰ ਜਾ ਕੇ ਪੈਰ ਲਾਣੇ ਆਪਣੇ ਬੜੇ ਔਖੇ ਹੁੰਦੇ ਸੀ, ਬੜੇ ਸੱਚੀ ਮੁੱਚੀ ਔਖੇ ਹੁੰਦੇ ਸੀ। ਪੇਵਕੜਾ ਦਿਨ ਚਾਰ ਹੈ ਸਾਹੁਰ ਨੇ ਜਾਣਾ, ਮੂਰਖ ਲੋਕ ਨਾ ਜਾਣੀ, ਅੰਧਾ ਲੋਕ ਨਾ ਜਾਣੀ ਮੂਰਖ ਗਿਆਨ। ਜਿਵੇਂ ਪੇਕੇ ਘਰ ਕੁਝ ਸਮਾਂ ਬਤੀਤ ਹੁੰਦਾ ਹੈ, ਫਿਰ ਸਹੁਰੇ ਘਰ ਜਾਣਾ ਪੈਂਦਾ, ਇਸੇ ਤਰ੍ਹਾਂ ਇਸ ਲੋਕ ਵਿੱਚ ਕੁਝ ਸਮਾਂ ਬਤੀਤ ਕਰਨਾ, ਪ੍ਰਲੋਕ 'ਚ ਜਾਣਾ ਪੈਣਾ। ਪਰ ਅੰਧਾ ਲੋਕ ਨਾ ਜਾਣੀ ਮੂਰਖ ਗਿਆਨ। ਅੰਧੀ ਲੁਕਾਈ, ਜਿਹਨੂੰ ਅਧਿਆਤਮਕਵਾਦ ਦਾ ਪਤਾ ਨਹੀਂ, ਉਹ ਇਸ ਗੱਲ ਨੂੰ ਸਮਝਦੇ ਨਹੀਂ। ਮੂਰਖ ਲੋਕ, ਅਣਜਾਣ ਲੋਕ। ਅੰਧਾ ਲੋਕ ਨਾ ਜਾਣੀ ਮੂਰਖ ਗਿਆਣਾ। ਹੁਣ ਅਗਲੀ ਗੱਲ ਧਿਆਨ ਨਾਲ ਸੁਣੋ। ਕਹੋ ਡੱਡੀਆ ਬੰਦ ਹੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਥੋੜੇ ਮਹਿੰਗੇ ਬੋਲ ਨੇ। ਡੱਡਾ, ਫਿਰ ਡੱਡੇ ਨੂੰ ਬਿਹਾਰੀ ਐੜੇ ਕਰਨਾ, ਡੱਡੀਆ। ਇਹ ਹੁਣ ਡੱਡੀਆ ਕੀ ਹੈ? ਇਹੀ ਕਾਰਨ ਹੈ ਨਾ ਵੀ ਜਦੋਂ ਗੁਰਮਤਿ ਵਿਚਾਰ ਦੀ, ਸ਼ਬਦ ਵਿਚਾਰ ਦੀ, ਕਥਾ ਵਿਚਾਰ ਦੀ ਗੱਲ ਆਈ ਤੇ ਪੰਜਵੇਂ ਪਾਤਸ਼ਾਹ ਨੇ ਆਖਿਆ, ਸੁਣੋ ਵਿਸ਼ਾਲ ਕਥਾ ਕੋ ਫਲ ਹੈ, ਚਰੀ ਲਾਗ ਬਰਖਤ ਜਿਮ ਜਲ ਹੈ, ਥਿਮਕ ਥਿਮਕ ਬੂੰਦੈ ਜੇ ਪਰੀ, ਸਭ ਧਰਨੀ ਆਪਣੇ ਮੈਂ ਤਰੀ। ਇਹ ਕੀਰਤਨ ਮੋਹਲੇ ਧਾਰ ਵੀ ਹੈ। 10-15 ਮਿੰਟਾਂ ਦਾ ਛਰਾਟਾ ਹੁੰਦਾ ਹੈ, ਸਾਰਾ ਪਾਣੀ ਵਗ ਕੇ ਨੀਵੇਂ ਥਾਂ ਤੇ ਚਲਾ ਜਾਂਦਾ, ਟਿੱਬੇ ਫਿਰ ਸੁੱਕੇ ਰਹਿ ਜਾਂਦੇ। ਕਥਾ ਛੋਟੀ ਕਣੀ ਦਾ ਵੀ ਹੈ, ਬੂੰਦਾਬਾਂਦੀ, ਡ੍ਰਿਜ਼ਲਿੰਗ, ਉਹ ਟਿੱਬਿਆਂ ਦੇ ਵਿੱਚ ਵੀ ਧਸ ਜਾਂਦੀ। ਸੁਣੋ ਵਿਸ਼ਾਲ ਕਥਾ ਕੋ ਫਲ ਹੈ, ਚਰੀ ਲਾਗ ਬਰਖਤ ਜਿਮ ਜਲ ਹੈ। ਮੋਟੇ ਮੋਟੇ ਲੈਂਟਰ ਵੀ ਸਿਮਣ ਲੱਗ ਪੈਂਦੇ ਨੇ। ਥਿਮਕ ਥਿਮਕ ਬੂੰਦਾਂ ਜੇ ਪਰ ਹੀ, ਸਭ ਧਰਨੀ ਆਪਣੇ ਮੈਂ ਧਰੀ। ਇਹ ਡੱਡੀਆ ਕਿਹਨੂੰ ਕਹਿੰਦੇ ਨੇ, ਇਹ ਕਥਾ 'ਚ ਹੀ ਦੱਸਿਆ ਜਾ ਸਕਦਾ। ਇੱਕ ਹੁੰਦੀ ਹੈ ਸਾੜੀ, ਪਿਆਰਿਓ ਸਾਦੇ ਦੇ ਬਚਨਾਂ 'ਚ ਕਹਾਂ, ਇੱਕ ਹੁੰਦੀ ਅੱਧੀ ਸਾੜੀ। ਜਿਵੇਂ ਅਸੀਂ ਘਰ ਦੇ ਵਿੱਚ ਕੰਮ ਕਰਨ ਲੱਗੀਆਂ ਸਵਾਣੀਆਂ ਹਲਕਾ ਫੁਲਕਾ ਕੋਈ ਸੂਟ ਪਾ ਲੈਂਦੀਆਂ ਨੇ, ਪਰ ਜਦੋਂ ਕਿਤੇ ਪਾਰਟੀ 'ਚ ਜਾਣਾ, ਬੈਂਕੁਏਟ ਹਾਲ, ਮੈਰਿਜ ਪੈਲਸ, ਰਿਸ਼ਤੇਦਾਰੀ 'ਚ, ਤੇ ਫਿਰ ਤੇ 2-3 ਕਿਲੋ ਸੂਟ ਦਾ ਭਾਰ ਹੁੰਦਾ। ਉਹਦੇ ਤੇ ਕਢਾਈ ਹੋਈ ਹੈ, ਦੁਪੱਟੇ ਤੇ ਕਢਾਈ ਹੋਈ ਹੈ। ਯਾਨੀ ਇੱਕ ਈਜ਼ੀ ਜਿਹਾ ਤੇ ਇੱਕ ਸਪੈਸ਼ਲ। ਡੱਡੀਆ ਅੱਧੇ ਸਾਈਜ਼ ਦੀ ਸਾੜੀ ਹੁੰਦੀ ਹੈ। ਸਿਸਟਮੈਟਿਕਲੀ ਡਿਕਸ਼ਨਰੀ ਵਿੱਚ ਉਹਦੇ ਅਰਥ ਵੇਖੋ। ਭਗਤ ਕਬੀਰ ਸਾਹਿਬ ਕਹਿੰਦੇ, ਕਹੋ ਡੱਡੀਆ ਬੰਦ ਹੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਜਿਹੜੀ ਕੁੜੀ ਦਾ ਵਿਆਹ ਹੈ ਨਾ, ਬਰਾਤ ਬੂਹੇ ਤੇ ਖਲੋਤੀ ਹੈ ਤੇ ਜੰਜ ਆਈ ਹੈ ਬੜੀ ਦੂਰੋਂ, ਤੇ ਬਰਾਤੀ ਮੁੰਡੇ ਦੇ ਪਿਓ ਨੂੰ ਕਹਿੰਦੇ ਨੇ, ਭਰਾ ਜੀ ਇੱਕ ਸਲਾਹ ਦਈਏ ਵੀ ਲੜਕੀ ਦੇ ਬਾਪ ਨੂੰ
ਫੇਰਿਆਂ ਤੋਂ ਬਾਅਦ ਇਹ ਗੱਲ ਕਹਿਣੀ ਵੀ ਪੰਧ ਬੜਾ ਦਰੇਡਾ ਹੈ ਤੇ ਸਾਨੂੰ ਵਿਆਹ ਮਕਲਾਵਾ ਇਕੱਠਾ ਹੀ ਦੇ ਦਿਓ, ਫਿਰ ਆਉਣਾ ਔਖਾ ਹੋ ਜਾਏਗਾ। ਉਹ ਵਿਆਹ ਮਕਲਾਵਾ ਇਕੱਠਾ ਲੈਣ ਨੂੰ ਫਿਰਦੇ ਨੇ ਤੇ ਜਿਹੜੀ ਕੁੜੀ ਦਾ ਵਿਆਹ ਹੈ ਉਹ ਅੱਧੀ ਸਾੜੀ ਬੰਨ ਕੇ ਭਾਂਡੇ ਮਾਂਜ ਰਹੀ ਹੈ, ਉਹਨੂੰ ਖਬਰ ਤੱਕ ਨਹੀਂ ਵੀ ਮੇਰਾ ਵਿਆਹ। ਯਾਨੀ ਮੌਤ ਲਾੜੀ ਵਿਆਹਣ ਆ ਰਹੀ ਏ ਤੇ ਸਾਡੇ ਅਜੇ ਕੰਮ ਹੀ ਕੋਈ ਨਹੀਂ ਗੇ ਨਿਬੜੇ। ਪੁੱਤਰ ਲਈ ਕੋਠੀ ਬਣਾ ਲਈ ਹੈ, ਜੌਬ ਲੱਗ ਗਈ ਹੈ, ਪੋਤਰੇ ਨੂੰ ਪੁੱਛੜ ਚੁੱਕੀ ਫਿਰਦਾ ਜੀ ਇਹ ਤੇ ਪੋਲੀਓ ਦੀਆਂ ਬੂੰਦਾਂ ਹੀ ਨਹੀਂ ਪਿਆਉਂਦੇ, ਮੈਂ ਨਾ ਹੋਵਾਂ ਤੇ ਕਰੇ ਕੀ ਹੋ ਜਾਏ। ਨਾਲੇ ਫਿਰ ਕਹਿੰਦਾ ਜੀ ਵੇਖੋ ਜੀ ਮੂਲ ਨਾਲੋਂ ਵਿਆਜ ਪਿਆਰੀ ਹੁੰਦੀ ਹੈ, ਉਹ ਮੂਲ ਨਾਲੋਂ ਵਿਆਜ ਤੇ ਪਿਆਰੀ ਹੁੰਦੀ ਹੈ, ਕੁਝ ਆਪਣੇ ਵਾਸਤੇ ਵੀ ਕਰ ਲੈ। ਉੱਥੇ ਕਿਸੇ ਨੇ ਮੂਲ ਵਿਆਜ ਨਹੀਂ ਪੁੱਛਣੀ, ਉੱਥੇ ਤੈਨੂੰ ਇਹ ਪੁੱਛਿਆ ਜਾਣਾ ਵੀ ਕਿਆ ਤੈ ਖੱਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਤੂੰ ਕੀ ਗਵਾ ਕੇ ਆਇਆ, ਕੀ ਖੱਟ ਕੇ ਆਇਆ। ਮੈਂ ਅਰਜ਼ ਕਰ ਰਿਹਾ ਸਾਂ ਬਈ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਕਹੋ ਡੱਡੀਆ ਬੰਦ ਹੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਮੌਤ ਦਾ ਸਮਾਂ ਨੇੜੇ ਆ ਗਿਆ, ਉਹਨਾਂ ਨੇ ਦਸਤਕ ਦੇ ਦਿੱਤੀ ਹੈ ਦਰਵਾਜ਼ੇ ਤੇ ਅਸੀਂ ਅਜੇ ਤਿਆਰੀ ਨਹੀਂ। ਡੱਡੀਆ ਬੰਦ ਹੈ ਧਨ ਖੜੀ, ਅੱਧੀ ਡਰੈਸ ਵਿੱਚ ਖੜ ਸੈਂਸ ਅਜੇ ਤਿਆਰੀ ਨਹੀਂ ਕੀਤੀ, ਅਸੀਂ ਜਾਣ ਦੀ ਤਿਆਰੀ ਨਹੀਂ ਕੀਤੀ। ਅਸਲ ਵਿੱਚ ਜ਼ਿੰਦਗੀ ਮੌਤ ਦੀ ਤਿਆਰੀ ਕਰਨ ਵਾਸਤੇ ਪੀਰੀਅਡ ਮਿਲਦਾ, ਸਾਰਾ ਸਾਲ ਸਾਨੂੰ ਮਿਲਦਾ। ਪੜ੍ਹੋ 2 3 4 5 6 7 8 ਦਿਨ ਐਗਜ਼ਾਮ ਹੁੰਦੇ ਨੇ, ਉਹਦੇ ਵਿੱਚ ਫਿਰ ਪਰਫਾਰਮੈਂਸ ਕਰਨੀ। ਜ਼ਿੰਦਗੀ ਮਿਲੀ ਏ ਮਰਨ ਦੀ ਤਿਆਰੀ ਕਰਨ ਵਾਸਤੇ। ਇਸ ਤਰ੍ਹਾਂ ਮਰ ਵੀ ਪਰਤ ਕੇ ਨਾ ਜੰਮਣਾ ਪਏ ਨਾ ਮਰਨਾ ਪਏ, ਇਸ ਤਰ੍ਹਾਂ ਮਰ। ਪਰ ਅਕਸਰ ਇਹ ਹੁੰਦਾ ਹੈ ਬਈ ਅਸੀਂ ਮਨ ਵਿੱਚ ਇਹ ਵਿਚਾਰ ਬਣਾ ਲੈਂਦੇ ਹਾਂ ਵੀ ਚਲੋ ਮਰਨਾ ਤੇ ਹੈ ਪਰ ਅਜੇ ਥੋੜਾ ਮਰਨਾ, ਕੀ ਪਤਾ ਕਦੋਂ ਮਰਨਾ। ਠੀਕ ਹੈ ਕੋਈ ਪਤਾ ਨਹੀਂ, ਪਰ ਭਰੋਸਾ ਇੱਕ ਵਿਸ਼ਵਾਸ ਦਾ ਵੀ ਨਹੀਂ। ਅਸੀਂ ਰਾਤ ਨੂੰ ਸੋਹਲਾ ਸਾਹਿਬ ਜਿਹੜਾ ਕਰਕੇ ਸੌਂਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ, ਉਹਦਾ ਭਾਵ ਕੀ ਸੀ? ਭਾਈ ਸਵੇਰੇ ਉੱਠਣਾ ਹੈ ਕਿ ਨਹੀਂ ਉੱਠਣਾ, ਆਪਣਾ ਸੋਹਲਾ ਆਪ ਹੀ ਕਰ। ਹੋਰ ਕੀ ਸੀ ਉਹਦੇ ਵਿੱਚ? ਕੋਈ ਗਲੈਮਰ ਥੋੜਾ। ਗगन में थाल रावचंद दीपक बने, जय कर कीरत आखिए करते का हुए विचारो, काम क्रोध नगर वो पुरे। कोई ग्लैमर है? उदासीनता वाले बचन, मौत नाल रिलेटेड बचन ने। मिलकर पावो तेल, बियो सज्जन असीसड़ियां जो होवे सहब स्यों मेल। जिवें माइए पाई दा कुड़ी नूं मुंडे नूं विआह वेले, इस तरह मैनू माइए पाओ ਤੇ ਮੈਨੂੰ ਅਸੀਸਾਂ ਦਿਓ, ਮੇਰੀ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਹੋ ਜਾਏ। ਸਾਰੀਆਂ ਮੌਤ ਦੀਆਂ ਗੱਲਾਂ। ਆਪਣਾ ਸੋਹਲਾ ਆਪ ਪੜ ਕੇ ਸੌਂ। ਤੋ ਡੱਡੀਆ ਬੰਦ ਹੈ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਬਰਾਤ ਬੂਹੇ ਤੇ ਖੜੀ ਏ, ਵਿਆਹ ਮਕਲਾਵਾ ਇਕੱਠਾ ਲੈਣ ਨੂੰ ਫਿਰਦੇ ਨੇ। ਜਿਹੜੀ ਕੁੜੀ ਦਾ ਵਿਆਹ ਹੈ ਉਹਨੇ ਕੋਈ ਚੂੜਾ ਨਹੀਂ ਪਾਇਆ, ਕੋਈ ਮੇਕਅਪ ਨਹੀਂ ਕੀਤਾ, ਕੋਈ ਲਾਲ ਸੂਟ ਨਹੀਂ ਪਾਇਆ ਵਿਆਹ ਵਾਲਾ, ਉਹ ਅੱਧੀ ਸਾੜੀ ਬੰਨ ਕੇ ਭਾਂਡੇ ਮਾਂਜ ਰਹੀ ਹੈ। ਸਵਾਦ ਕੋਈ ਭਾਂਡੇ ਨਹੀਂ ਸੀ ਮਾਂਜ ਰਹੀ ਹੈ। ਸਾਨੂੰ ਦੱਸ ਰਹੇ ਨੇ ਜਿਵੇਂ ਵਿਆਹ ਵਾਲੀ ਕੁੜੀ ਤਿਆਰੀ ਨਹੀਂ ਕੀਤੀ, ਉਹਨੂੰ ਪਤਾ ਹੀ ਨਹੀਂ ਵੀ ਮੇਰਾ ਅੱਜ ਵਿਆਹ। ਇਹ ਹਾਲ ਸਾਡਾ ਹੈ। ਜ਼ਿੰਦਗੀ ਗੁਜ਼ਰ ਗਈ ਹੈ, ਮੌਤ ਕਰੀਬ ਆ ਗਈ ਹੈ, ਸਾਨੂੰ ਖਬਰ ਤੱਕ। ਅਸੀਂ ਕਹਿੰਦੇ ਹੁਣੇ ਥੋੜਾ ਮਰਨਾ। ਉਹ ਜੋ ਦਿਸੈ ਖੂੜੀ ਕੌਣ ਲਾਜ ਵਾਰੀ, ਲਾਜ ਘੜੀ ਸਿਓ ਟੂਟ ਪਰੀ, ਉੱਠ ਚੱਲੀ ਪਨਿਹਾਈ। ਉਹ ਜਿਹੜੀ ਖੂਹੀ ਦਿਸਦੀ ਏ ਉਹਦੇ ਵਿੱਚ ਕਿੰਨੇ ਲੱਜ ਵਗਾਈ ਏ? ਰੱਸੀ ਨੂੰ ਵੀ ਲੱਜ ਪੈ ਲਈ, ਜਿਹਦੇ ਨਾਲ ਘੜੀ ਬੰਨ ਕੇ ਜਾਂ ਘੜਾ ਬੰਨ ਕੇ ਖੂਹ ਚ ਲਟਕਾ ਕੇ ਪਾਣੀ ਭਰਿਆ ਜਾਂਦਾ। ਕੌਣ ਲਾਜ ਬਹਾਰੀ, ਲਾਜ ਘੜੀ ਸਿਓ ਟੂਟ ਪਰੀ। ਲੱਜ ਘੜੀ ਨਾਲੋਂ ਟੁੱਟ ਗਈ। ਛੋਟੀ ਸਰਾਈ, ਛੋਟਾ ਮਟਕਾ ਕਹਿ ਲਓ ਘੜੀ ਦੀ ਥਾਂ, ਉਹ ਲੱਜ ਨਾਲੋਂ ਟੁੱਟ ਗਿਆ, ਪਾਣੀ ਨਹੀਂ ਨਿਕਲ ਰਿਹਾ, ਭਾਵ ਸਵਾਸ ਮੁੱਕ ਗਏ। ਉੱਠ ਚੱਲੀ ਪਨਿਹਾਰੀ, ਪਾਣੀ ਹਰ ਭਰਨ ਵਾਲੀ ਉੱਠ ਕੇ ਚੱਲ ਪਈ। ਉਹ ਜੇ ਦਿਸੈ ਖੂੜੀ ਕੌਣ ਲਾਜ ਬਹਾਰੀ, ਲਾਜ ਘੜੀ ਸਿਓ ਟੂਟ ਪਰੀ, ਉੱਠ ਚੱਲੀ ਪਨਿਹਾਰੀ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰਜ ਕਰਾਏ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰ। ਜੇ ਵਾਹਿਗੁਰੂ ਕਿਰਪਾ ਕਰੇ ਨਾ ਸਾਧ ਸੰਗਤ, ਤੇ ਫਿਰ ਗੁਰੂ ਦੇ ਰਾਹੀਂ ਸਾਡਾ ਕਾਰਜ ਸਵਾਰ ਦੇ।
ਹੁਣ ਇਹਦੇ ਅਰਥ ਇਹ ਨਹੀਂ ਵੀ ਜਦੋਂ ਉਹਨੇ ਸਵਾਰਨਾ ਹੋਵੇਗਾ ਸਵਾਰ ਲੇਗਾ, ਨਹੀਂ। ਜਿਹੜਾ ਕੰਮ ਅਸੀਂ ਸਵਾਰਨਾ ਹੋਵੇ ਅਸੀਂ ਉਹਦੇ ਵਾਸਤੇ ਆਰ ਪਾਰ ਕਰਨੇ ਆ ਦੁਨਿਆਵੀ ਪੱਖੋਂ। ਇਸੇ ਤਰ੍ਹਾਂ ਦੇ ਅਧਿਆਤਮਕ ਪੱਖੋਂ ਕੰਮ ਸਵਾਰਨਾ ਤੇ ਅਸੀਂ ਅਰਦਾਸ ਕਰੀਏ, ਬੇਨਤੀ ਕਰੀਏ ਵੀ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰੋ, ਸਾਡਾ ਜੀਵਨ ਸਫਲ ਹੋ ਜਾਏ। ਤੇ ਜੇ ਅਸੀਂ ਦਿਲੋਂ ਇਹ ਕੰਮ ਕਰੀਏ, ਜਿਵੇਂ ਆਪਣੇ ਕੰਮ ਬਾਕੀ ਦਿਲੋਂ ਕਰਨੇ ਆ, ਆਟਲੀ ਕਰਦੇ ਆ, ਇਕਾਗਰਤਾ ਨਾਲ ਕਰਦੇ ਆ, ਇਹਨਾਂ ਦਿਲੋਂ ਜੇ ਇਸ ਪਾਸੇ ਜੁੜੀਏ ਤੇ ਬਾਤ ਇਧਰ ਵੀ ਬਣਦੀ ਹੈ, ਸੱਚੀ ਮੁੱਚੀ ਬਣਦੀ ਔਰ ਝਟਪਟ ਬਣਦੀ ਹੈ। ਆਜ ਮਿਲਾਵਾ ਸ਼ੇਖ ਫਰੀਦ ਤਾਕੇ ਮਕੂੰਜੜੀਆਂ ਮਨੋ ਮਚਿੰਤੜੀਆਂ। ਅੱਜ ਹੀ ਮਿਲਾਪ ਹੋ ਸਕਦਾ। ਮੈਂ ਕੀ ਕਰਾਂ ਜੀ ਉਹਦੇ ਵਾਸਤੇ? ਕਹਿਣਗੇ ਟਾਕੇ ਮੀਨਸ ਰੋਕ, ਕੂੰਜੜੀਆਂ ਕੂੰਜਾਂ ਨੂੰ ਰੋਕ। ਮਨ ਵਿੱਚੋਂ ਜਿਹੜੇ ਫੁਰਨੇ ਰੂਪੀ ਕੂੰਜਾਂ ਇੱਧਰ ਉੱਧਰ ਦੌੜਦੇ ਨੇ ਉਹਨਾਂ ਨੂੰ ਰੋਕ, ਅੰਦਰੋਂ ਨਿਰਵਿਚਾਰ ਹੋ। ਮਨੋ ਮਚਿੰਦੜੀਆਂ ਜਿਹੜੇ ਤੇਰੇ ਮਨ ਨੂੰ ਫੁਰਨੇ ਮਚਾਉਂਦੇ ਨੇ, ਮਨ ਨੂੰ ਸਾੜਦੇ ਨੇ, ਉਹ ਫੁਰਨੇ ਰੋਕ। ਉਹ ਮੈਡੀਟੇਸ਼ਨ ਦਾ ਕੀ ਭਾਵ ਹੈ? ਵੈਗਰੂ ਤੇ ਕਹਿਣਾ ਹੈ, ਪਰ ਜੇ ਕਿਤੇ ਵੈਗਰੂ ਕਹਿਣ ਤੋਂ ਪਹਿਲਾਂ ਬੈਠ ਕੇ ਚੌਂਕੜੀ ਮਾਰ ਕੇ ਆਪਣੇ ਅੰਦਰੋਂ ਫੁਰਨੇ ਜਿਹੜੇ ਨੇ ਉਹ ਰੋਕ ਲੈ ਜਾਣ। ਜਿਹੜਾ ਪਲੇਟਫਾਰਮ ਹੈ ਨਾ, ਜਿਵੇਂ ਤੁਸੀਂ ਲੁਧਿਆਣੇ ਸਟੇਸ਼ਨ ਤੇ ਖੜੇ ਹੋ, ਹਰ ਵਕਤ ਅਨਾਉਂਸਮੈਂਟ, ਸੁਬਾਹ, ਦੁਪਹਿਰੇ, ਸ਼ਾਮ, ਰਾਤ, ਅੱਧੀ ਰਾਤ, ਅੰਮ੍ਰਿਤ ਵੇਲੇ, ਕੋਈ ਟ੍ਰੇਨ ਆ ਰਹੀ ਹੈ, ਕੋਈ ਟ੍ਰੇਨ ਜਾ ਰਹੀ ਹੈ, ਕੋਈ ਟ੍ਰੇਨ ਲੇਟ ਹੈ, ਕੋਈ ਕੁਛ ਹੈ, ਹਰ ਵਕਤ ਤਾਂਤਾ ਲੱਗਾ ਹੈ। ਠੀਕ ਇਸੇ ਤਰ੍ਹਾਂ ਜਿਹੜਾ ਸਾਡੀ ਸੁਰਤ ਹੈ ਨਾ, ਇਹ ਤੇ ਸਾਧ ਸੰਗਤ ਇੰਗਲੈਂਡ 'ਚ ਇੱਕ ਟਾਊਨ ਹੈ ਹੰਸਲੋ 'ਚ ਹੀਥਰੋ ਏਅਰਪੋਰਟ। ਮੈਂ ਜਦੋਂ ਪਹਿਲੀ ਵਾਰੀ ਗਿਆ ਤੇ ਮੈਂ ਹੈਰਾਨ ਰਹਿ ਗਿਆ। ਹਰ 40-50 ਮਿੰਟ ਬਾਅਦ ਇੱਕ ਪਲੇਨ ਲੈਂਡ ਕਰ ਰਿਹਾ ਹੈ, ਹਰ 40-50 ਮਿੰਟ ਬਾਅਦ ਇੱਕ ਪਲੇਨ ਫਲਾਈਟ ਲੈ ਰਿਹਾ। ਜਿਵੇਂ ਚਿੜੀਆਂ ਉੱਡੀਆਂ ਫਿਰਦੀਆਂ ਨੇ, ਕੋਈ ਇੱਧਰ ਕੋਈ ਇੱਧਰ, ਸਾਰਾ ਆਕਾਸ਼ ਭਰਿਆ ਪਿਆ। ਸਾਡੀ ਸੁਰਤ ਤੇ ਹੀਥਰੋ ਏਅਰਪੋਰਟ ਬਣੀ ਹੋਈ ਹੈ। ਫੁਰਨੇ ਤੇ ਫੁਰਨਾ, ਵਿਚਾਰਾਂ ਤੇ ਵਿਚਾਰਾਂ, ਕੀ ਲੇਟਿਆ ਹੋਇਆ, ਬੈਠਿਆ ਹੋਇਆ, ਕੰਮ ਕਰਦਿਆਂ, ਗੁਰਦੁਆਰੇ ਬੈਠੇ, ਔਰ ਸਾਰੀ ਸਾਧਨਾ ਇਸ ਗੱਲ ਤੇ ਆ ਵੀ ਅੰਦਰੋਂ ਨਿਰਵਿਚਾਰ ਹੋ ਜਾ, ਫੁਰਨਿਆਂ ਨੂੰ ਰੋਕ ਲੈ। ਤੇਰੇ ਅੰਦਰ ਜਿਹੜੇ ਫੁਰਨੇ ਆਉਂਦੇ ਨੇ ਉਹਨਾਂ ਨੂੰ ਅੰਦਰੋਂ ਇਹਨੂੰ ਸਪੇਸ ਕਰਨਾ। ਜਿਵੇਂ ਸਪੇਸ ਕਰੇਗਾ ਉਹ ਚੌਕੜੀ ਮਾਰ ਕੇ ਬੈਠ। ਤੂੰ ਖਾਲੀ ਨਹੀਂ ਕਰਦਾ, ਉਹਨੂੰ ਬੈਠਣ ਦਾ ਮੌਕਾ ਹੀ ਨਹੀਂ ਮਿਲਦਾ। ਆਜ ਮਿਲਾਵਾ ਸ਼ੇਖ ਫਰੀਦ ਤਾਕੇ ਕੂੰਜੜੀਆਂ, ਫੁਰਨੇ ਰੂਪੀ ਕੂੰਜਾਂ ਨੂੰ ਰੋਕ ਜਿਹੜੀਆਂ ਮਨ ਨੂੰ ਮਚਾਉਂਦੀਆਂ। तो मैं फिर अर्ज करा, भगत कबीर साहब महाराज कहते ने भी साहब होए दयाल किरपा करे तां साई कर तां सुहागण जानिए गुर शब्द विचार। ये महत्व है गुर शब्द का। गुर शब्द विचार कितनी लाजमी है। फिर अगे कहते ने ज्यादा खुलासा करने का वक्त मैनूं इजाजत नहीं दे रहा। किरत की बांधी सब फिर देखो विचार, पर जी विचारा करे कि पूर्वले कीते कर्मां अनुसार जो संस्कार बने ने उन्हां दा प्रेरिया हुण भी चंगे बंदे काम कर रहे हैं। इस नूं क्या आखिए क्या करे विचारी, भई निरासी उठ चली चित बंद ना धीरा, हर की चरनी लाग रहो भज शरण। जीव इस्त्री निराश होकर इत्थों चली जाती है। भाई जीवन सफल करने का तरीका भी गुरु की शरण पै के सेवा सिमरन जुट जा। यही तरीका है हंकार छड्ड के ते सेवा सिमरन च डट जा। जीवन सफल करता है। मौत नूं याद रख, क्योंकि जिन्हां नूं मौत याद रहे उन्हां नूं रब भी याद रहे। अखीरले बोल भी आप जी तो आग्या लैके मैं आप जी नाल सांझे कर ला। सगल जन्म शिवपुरी गवाया, मरती बार मगहर उठ आया, बहुत बरस तप किया कांशी। बरस शब्द जिहड़ा है ये साल नूं कहंदे। क्यों कहते हैं मैं ये अर्ज कर दिया, तुसीं बड़ी बार सुनिया होगा भारत वर्ष और साल की थां भी बरस। आखिर बरस की है जी? फलाने थां ते 4 चरणों में वोटिंग होगी। हुण 4 चरण की ने? 4 हिस्सों में डिवाइड करके। तो बरस के अर्थ होंगे ने मुकम्मल, क्योंकि महीने 12 ने तो पृथ्वी पूरा एक चक्कर 12 महीनों के कट लेंदी है सूरज का, उन्होंने बरस किया गया मुकम्मल।
ਕਿਉਂਕਿ 12 ਮਹੀਨਿਆਂ ਦਾ ਸਾਲ ਹੁੰਦਾ, ਇਸ ਲਈ ਉਹਦੇ ਪਰਿਆਇਵਾਚੀ ਵਜੋਂ ਸ਼ਬਦ ਜਿਹੜਾ ਹੈ ਬਰਸ ਤੇ ਜਿਹੜਾ ਸਾਲ ਸ਼ਬਦ ਹੈ ਉਹਨਾਂ ਨੂੰ ਪਰਿਆਇਵਾਚੀ ਵਜੋਂ ਵਰਤ ਲਿਆ ਗਿਆ। ਦੋਵਾਂ ਦਾ ਭਾਵ ਜਿਹੜਾ ਹੈ ਉਹ ਇੱਕੋ ਹੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਈ ਮਗਹਰ ਕੀ ਬਾਸੀ। ਫਿਰ ਕਹਿੰਦੇ ਨੇ ਵੀ ਕਾਂਸੀ ਮਗਹਰ ਸਮ ਵਿਚਾਰੀ, ओछी भगत कैसे उतरस पारी। अखीर कहते ने कहो गुर गज शिव सबको जाने, बुआ कबीर रमत श्री राम। आ निचोड़ जे, कहो गुर गज शिव, गुर गज गणेश ते शिव। सारी दुनिया गणेश दे ते शिव जी दे चक्कर च पई है। गणेश ने आ वर दिता ते शिव जी ने आ श्राप दिता धरती में। बनारस पवित्र है ते मगर अपवित्र है। यही प्रकरण चलता ना शब्द का सत्संग जी। क्योंकि शब्द की विचार का मतलब यह भी जेडे शब्द की टर्म है तुसी वो शब्द तो दूर ना जाओ। जेड़ा पता आया वो अर्थ करो, सरल अर्थ करो, वो थोड़ा जिहा खेडो जिन्ना को तुहाडे कोल ज्ञान है, और फिर वापस उत्थे आ जाओ अगले पते ते। तुहानू ये चेता रहे भी तुहाडा प्रकरण की है, तुहाडा टॉपिक की है, तुहाडा विषय की है। कहो गुर गज शिव सब को जाने। शिव जी नूं ते गुर गज नूं, गणेश नूं, ओहदे वर नूं ते ओहदे श्राप नूं ते सारे चेता रखी बैठे ने। पर मूआ कबीर रमत श्री राम। मैं ते मगर विच आके मर गया, राम राम जपदा, नाम जपदा। मैनूं पता है भी किसी भी थां ते शरीर त्यागण नाल कोई ना बहुत वड्डा लाभ हुंदा, ना हानि हुंदी है मनुख दीआं गतिविधियां विच। हुण निचोड़ की है? तुसी किते भी बैठ के परमात्मा की भगती करो। कत जाइए रे घर लागो रंग, मेरा चित न चले मन भयो पंग। पूजन चाली ब्रह्म ठाए, सो ब्रह्म बतायो गुर मन ही माए। फिर क्या ऊहा तो जाइए जो ईहा ना होई। भाव परमात्मा नूं किसी भी जगह ते बैठ के असीं उहदी बंदगी कर सकते। साडे घर विच ये वहम नहीं। हिंदू पूर्व वाल मुंह करके पूजा करता है, मुसलमान पश्चिम वाल नमाज करता है। सानू पंजां दा हुक्म है भी जे नेड़े गुरुद्वारा है तो गुरुद्वारे जाओ, गुरुद्वारा नहीं ते जे तुहानू दूरों निशान साहब दिसदा है, तुहानू पता है भी इस दिशा विच गुरुद्वारा उधर नूं मुंह कर सकते। पर जे फिर भी कुछ नहीं तो दिशा का वहम नहीं, क्योंकि सारियां ही दिशावां पवित्र। असलीयत तो यह है भी दिशा है ही कोई नहीं। गेंद की किहड़ी पूर्व दिशा हुंदी है ते किहड़ी पश्चिम हुंदी है, किहड़ी उत्तर हुंदी है ते किहड़ी दक्षिण हुंदी है। जदों है ही गेंद, इहदी दिशा काहदी? इहदी वास्तु दोष है जी। मैं किसी दे घर गया, उन्होंने शीशे दे अगे कपड़ा ताड़े, अंदर शीशा सी, सेफ जी बनी सी ते उहदे विच शीशा जी, उहदे अगे कपड़ा ताड़े। मैं ये की कहंदे जी, वो कहंदे भी ये वधिया नहीं हुंदा, ये सामने बैड जिहड़ा दिसदा है इहदे नाल घर च फिर बरकत नहीं आउंदी। हद हो गई। वो बरकत आउणी है सवेरे वक्त नाल उठ, इशनान पान करके अपने शटर खोल, दुकान ते बहुत जान पछाण वधा, सिरड़ कर, मेहनत कर, बरकत इहदे नाल होणी। शीशे दे कपड़ा पाउण नाल बरकत हो जाए? शीशे दे कपड़ा पा के लम्मे पै रहो, आ जाएगी बरकत। बरकत उन्हां कोल ही आउंदी है जिहड़े पसीना बहाते। वास्तु दोष कुछ नहीं हुंदा, ये सिर्फ एक लुटण दे तरीके ने। फिर कहेंगे जी आस्ट्रेलिया में होर वास्तु है, न्यूजीलैंड च होर है, कनेडा च होर है। चलो पंडित जी फिर इत्थे आके बना जाओ। मैं तो जी इकोनॉमी चाहता नहीं, मैं तो बिजनेस क्लास चाहना। तेरा वास्तु दोष इन्हें ठीक नहीं करना, इन्हें तेरा सारा वास्तु खराब कर देना। तेरा 2-3 साल का बैलेंस जिहड़ा इन्हें उड़ा देना, फिर वेंदा फिरे। तू गुरु की गल नूं मन, ते गुरु की गल यह है प्यारे हो बई उत्तम करेंदियां जियो तू कमावंदियां सुख पुंच, ध्यानदियां तू प्रभु मिल, नानक पुत्री चिंत। उद्यमी कोल धन की कमी नहीं हुंदी। ये जिहड़े वहम भरम ने, आ पवित्र नगरी है, आ अपवित्र है, आ दिशा चंगी है, आ दिशा माड़ी है, इहदा अपा इस तरह होवेगा, इहदा अपा उस तरह होवेगा,
ਇਹਨੂੰ ਸਿੱਖੀਜ਼ਮ ਪ੍ਰਵਾਨ ਨਹੀਂ ਕਰਦਾ। ਜਿਨ੍ਹਾਂ ਦੀਆਂ ਕੌਮਾਂ ਕਰਦੀਆਂ ਨੇ ਭਾਈ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨਾਲ ਮੇਰਾ ਕੋਈ ਸਰੋਕਾਰ ਨਹੀਂ, ਉਹਨਾਂ ਨੂੰ ਮੈਂ ਮਨਾ ਨਹੀਂ ਕਰਦਾ। ਉਂਝ ਜੇ ਉਹ ਵੀ ਰੁਕ ਜਾਣ ਤੇ ਉਹਨਾਂ ਦਾ ਫਾਇਦਾ ਹੋ ਜਾਏਗਾ, ਪਰ ਸਿੱਖ ਵਾਸਤੇ ਇਹ ਬਵਰਜਤ ਹੈ। ਸਿੱਖ ਨੇ ਥਾਂ ਦਾ ਵਹਿਮ ਨਹੀਂ ਕਰਨਾ। ਜਿੱਥੇ ਵੀ ਹੈ ਗੁਰੂ ਦੀ ਓਟ ਲੈ ਕੇ, ਗੁਰੂ ਦਾ ਆਸਰਾ ਲੈ ਕੇ ਉਹ ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਵੇਖੋ ਕਿੱਡਾ ਸੌਖਾ ਹੈ। ਤੁਹਾਡੇ ਕੋਲ ਸਮਾਰਟਫੋਨ ਨੇ, ਸਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਹੈ। ਦੁਕਾਨ ਤੇ ਅਸੀਂ ਬੈਠੇ ਹਾਂ, ਗਾਹਕ ਕੋਈ ਨਹੀਂ, ਤੁਸੀਂ ਕੱਢ ਕੇ ਪਾਠ ਕਰਨਾ ਸ਼ੁਰੂ ਕਰ ਦਿਓ। ਗਾਹਕ ਆ ਗਿਆ, ਉਹਨੂੰ ਸਾਈਡ ਤੇ ਰੱਖ ਦਿਓ, ਚਲਾ ਗਿਆ, ਉਹਨੂੰ ਫਿਰ ਚੱਕ ਲਓ। ਟੀਵੀ ਵੀ ਤੇ ਲੱਗਾ ਹੀ ਹੈ ਨਾ, ਕੋਈ ਗੱਲ ਨਹੀਂ, ਖਬਰਾਂ ਵੀ ਸੁਣ ਲਓ। ਸਿੱਖ ਸਮੇਂ ਦਾ ਹਾਣੀ ਹੋਣਾ ਚਾਹੀਦਾ ਹੈ। ਕਿਸੇ ਵੇਲੇ ਕੋਈ ਥੋੜਾ ਬਹੁਤਾ ਮਨੋਰੰਜਨ ਵੀ ਹੋ ਜਾਏ, ਕੋਈ ਬਹੁਤ ਜ਼ਿਆਦਾ ਕੱਟੜ ਬੰਦਾ ਨਹੀਂ, ਪਰ ਕਿਸੇ ਵੇਲੇ ਉਹਦੇ ਵਿੱਚੋਂ ਗੁਰਬਾਣੀ ਵੀ ਪੜ੍ਹੀ ਜਾ ਸਕਦੀ ਹੈ। ਜਦੋਂ ਉਹਨੂੰ ਪੜਾਂਗੇ ਦੁਕਾਨ ਵਿੱਚ ਬਰਕਤ ਆਉਣੀ ਹੀ ਹੋਣੀ ਹੈ। ਤੁਹਾਨੂੰ ਗੁਰਬਾਣੀ ਪੜ੍ਹਦੇ ਨੂੰ ਵੇਖ ਕੇ ਕਿਸੇ ਨੇ ਪ੍ਰਭਾਵਿਤ ਹੋ ਜਾਣਾ ਵੀ ਇਹ ਜਿਹੜਾ ਗੁਰਬਾਣੀ ਪੜ੍ਹ ਰਿਹਾ ਨਾ, ਇਹ ਕਮਾਈ ਜ਼ਰੂਰ ਕਰੇਗਾ, ਮੇਰੇ ਨਾਲ ਚੀਟਿੰਗ ਨਹੀਂ ਕਰੇਗਾ, ਇਹ ਗੁਰੂ ਕਾ ਸਿੱਖ ਹੈ। ਉਹਨੇ ਤੁਹਾਡਾ ਵਿਗਿਆਪਨ ਕਰ ਦੇਣਾ ਗੁਰਬਾਣੀ ਨੇ। ਸੋ ਗੁਰੂ ਕਿਰਪਾ ਕਰੇ। ਭਗਤ ਕਬੀਰ ਸਾਹਿਬ ਮਹਾਰਾਜ ਨੇ ਅੱਜ ਇਹ ਸਥਾਨਾਂ ਦੇ ਚੰਗੇ ਮਾੜੇ ਹੋਣ ਦਾ ਸਾਡਾ ਵਹਿਮ ਦੂਰ ਕੀਤਾ ਹੈ। ਮਹਾਰਾਜ ਕਿਰਪਾ ਕਰਨ। ਇੰਨੀਆਂ ਹੀ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ। ਭੁੱਲਾਂ ਗਲਤੀਆਂ ਵਾਸਤੇ ਦਾਸ ਸੇਵਾ ਦਾ ਜਾਚਕ ਹੈ। ਸੋ ਅੰਤ ਗੁਰੂ ਫਤਿਹ ਦੀ ਸਾਧ ਕਰਦੇ ਹੋਏ ਅਸੀਂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।